ਵਾਲੇਕੁਮ ਸੱਜਣੋ ਤੇ ਮਿੱਤਰੋ, ਮੇਰਾ ਨਾਮ ਹੈ ਅਰਸ਼ਦ ਭੱਟੀ ਤੇ ਤੁਸੀਂ ਸਾਡੇ ਨਾਲ ਦੇਖਦੇ ਹੋ ਸਾਡਾ ਪ੍ਰੋਗਰਾਮ ਪੰਜ ਰੰਗ। ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਚੰਦ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੈਲਾਬ ਤੋਂ ਬਾਅਦ, ਸੈਲਾਬ ਦੀ ਸੂਰਤ ਹਾਲ ਜਿਹੜੀ ਪੰਜਾਬ ਤੇ ਗੁਜ਼ਰੀ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦਾ ਲਹਿਜਾ ਬਦਲ ਰਿਹਾ ਹੈ। ਮਸਲਨ ਕਿ ਪੰਜਾਬ ਦੀ ਜਿਹੜੀ ਚੀਫ ਮਿਨਿਸਟਰ ਸਾਹਿਬਾ ਨੇ, ਵਜ਼ੀਰ ਆਲਾ ਸਾਹਿਬਾ, ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਬੜੀਆਂ ਸਖਤ ਗੱਲਾਂ ਕੀਤੀਆਂ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਾਰੇ ਸਾਰੇ ਬੜੀਆਂ ਗੱਲਾਂ ਕਰਦੇ ਨੇ ਤੇ ਹੁਣ ਜਿਹਨੇ ਪੰਜਾਬ ਦੇ ਬਾਰੇ ਗੱਲ ਕੀਤੀ ਮੈਂ ਉਹਨੂੰ ਗੱਲ ਨਹੀਂ ਕਰਨ ਦੇਣੀ, ਤੇ ਜਿਹਨੇ ਪੰਜਾਬ ਦੀ ਤਰਫ ਉਂਗਲੀ ਚੁੱਕੀ ਮੈਂ ਉਹ ਉਂਗਲੀ ਭੰਨ ਦੇਣੀ ਹੈਗੀ। ਇਹ ਖੁਸ਼ਗਵਾਰ ਦਿੱਲੀ ਇਕਬਾਲ ਸ਼ਾਇਦ ਸਾਹਿਬ ਅਗਰ ਮੈਨੂੰ ਕਵਾਂ ਤੇ ਕੀ ਹੈਗੀ ਇੱਕਦਮ ਹੀ ਇਹਨਾਂ ਦੇ ਲਹਿਜੇ ਕਿਉਂ ਬਦਲ ਗਏ? ਕਿਉਂਕਿ ਹੁੰਦਾ ਇਹ ਆਇਆ ਹਮੇਸ਼ਾ ਤੋਂ ਕਿ ਬਾਕੀ ਜਿਹੜੇ ਸਾਡੇ ਭਰਾ ਸੂਬੇ ਨੇ ਉਹ ਸਾਡੇ ਤੇ ਛੋਟੇ ਛੋਟੇ ਤੇ ਵੱਡੇ ਵੱਡੇ ਇਲਜ਼ਾਮਾਤ ਕਿਸੇ ਨਾ ਕਿਸੇ ਤਰ੍ਹਾਂ ਲਾਉਂਦੇ ਰਹੇ ਨੇ, ਕ੍ਰਿਟੀਸਾਈਜ਼ ਕਰਦੇ ਰਹੇ ਨੇ। ਤੇ ਪੰਜਾਬੀ ਲੀਡਰਸ਼ਿਪ ਜਿੰਨੀ ਵੀ ਗੁਜ਼ਰੀ ਏ ਉਹਨਾਂ ਹਮੇਸ਼ਾ ਫੈਡਰਲਿਜ਼ਮ ਦੀ ਗੱਲ ਕੀਤੀ ਏ, ਉਹਨਾਂ ਨੇ ਕਦੀ ਵੀ ਉਹ ਪੰਜਾਬੀਅਤ ਦੀ ਗੱਲ ਨਹੀਂ ਕੀਤੀ। ਲੇਕਿਨ ਹੁਣ ਮੈਂ ਦੇਖਣਾ ਕਿ ਸੂਰਤ ਹਾਲ ਤਬਦੀਲ ਹੋ ਰਹੀ ਏ। ਕੀ ਇਹਦੀ ਵਜ੍ਹਾ ਹੋ ਸਕਦੀ ਹੈ ਤੁਹਾਡੇ ਹਿਸਾਬ ਨਾਲ? ਦੇਖੋ ਜੀ, ਵਜ੍ਹਾ ਤੇ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਤੇ ਮੈਂ ਸਤ ਬਿਸਮਿਲ੍ਲਾ ਕਰਾਂ। ਮੈਂ ਇਹਨਾਂ ਦੇ ਇਸ ਆਪਣਾ ਬਿਆਨ ਨੂੰ ਕਿ ਹੁਣ ਉਹਨਾਂ ਪੰਜਾਬ ਦੀ ਰਾਖੀ ਕਰਨ ਦਾ ਐਲਾਨ ਕਰ ਦਿੱਤਾ ਹੈ, ਅਸੀਂ ਇਹਦਾ ਬੜਾ ਖੈਰ ਮਕਦਮ ਕਰਨੇ ਆ। ਤੇ ਭੱਟੀ ਸਾਹਿਬ, ਇਹ ਤੇ ਛੱਜ ਪਤਾਸੇ ਵੰਡਣ ਵਾਲੀ ਗੱਲ ਹੈ। ਹੁਣ ਗੱਲ ਇਹ ਵੇ ਕਿ ਇਸ ਗੱਲ ਦੇ ਪਿੱਛੇ ਰਾਜ਼ ਕੀ ਛੁਪੇ ਨੇ, ਇਹਦਾ ਅੱਜ ਵੇਰਵਾ ਕਰਨਾ ਹੈ, ਅਸੀਂ ਇਹਦਾ ਖੁਲਾਸਾ ਖੋਲਣਾ ਹੈ। ਮੁਸਤਨਸਰ ਸਾਹਿਬ को पूछिए, वो ਇਹਨੂੰ ਕਿਸ ਤਰ੍ਹਾਂ ਵੇਖਦੇ ਨੇ। ਜੀ ਮਿਹਰਬਾਨੀ ਤੇ ਸਲਾਮ ਜੀ, ਸਭ ਵੀਵਰਸ ਨੂੰ ਬਹੁਤ ਬਹੁਤ ਸਲਾਮ। ਮੈਂ ਇਸ ਤਰ੍ਹਾਂ ਹੀ ਵੇਖਣਾ ਜੀ ਕਿ ਇੱਕ ਜਿਹੜੀ ਚੰਗੀ ਗੱਲ ਹੈ, ਚਲੋ ਕਿਧਰੇ ਪੰਜਾਬ ਦਾ ਜਿਹੜਾ ਵੇ ਆਖ ਲਓ ਕਿ ਨਾਂ ਤੇ ਲਿਆ ਹੈ ਨਾ ਕਿ ਪੰਜਾਬ ਦਾ, ਬਾਕੀ ਪੰਜਾਬ ਦੇ ਵਾਰਸ ਵੀ ਬਣਨਾ। ਸਾਡੇ ਆਪਣਾ ਭੱਟੀ ਸਾਹਿਬ ਭਾਈ ਜੀ ਬੜੇ ਇੰਟਰਨਲ ਮਾਮਲਾਤ ਨੇ ਪੰਜਾਬ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ, ਇਹਨਾਂ ਦੀ ਜਿਹੜੀ ਹੈ ਤਵੱਜੋ ਦੀ ਜ਼ਰੂਰਤ ਹੈ। ਅਸੀਂ ਆਪਣੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਲਿਖ ਪੜ੍ਹ ਨਹੀਂ ਸਕਦੇ। ਸਾਡੇ ਜਿਹੜੇ ਨੇ ਕਿਸਾਨ ਜਿਹੜੇ ਨੇ ਉਹਨਾਂ ਦਾ ਬੁਰਾ ਹਾਲ ਹੈ। ਸਾਡੇ ਜਿਹੜੇ ਦਾਖਲੀ ਮਾਮਲਾਤ ਨੇ ਉਹਨਾਂ ਤੇ ਵੀ ਰੋਸ਼ਨੀ ਪਾਉਂਦੇ। ਇਸੇ ਤਰ੍ਹਾਂ ਜਿਹੜਾ ਸਿੰਧ ਵੀ ਜਿਹੜਾ ਵੀ ਇਹ ਸਾਡੇ ਨਾਲ ਪੰਜਾਬ ਦੇ ਨਾਲ ਅਟੈਚ ਰਿਹਾ, ਇਹ ਸਾਡੇ ਭਾਈ ਨੇ, ਵੀ ਇਹ ਕੋਈ ਸਾਡੇ ਦੁਸ਼ਮਣ ਥੋੜਾ ਹੀ ਨੇ। ਇਹ ਜਿਹੜੇ ਮਾਮਲਾਤ ਨੇ। ਦੂਸਰਾ ਜਿਹੜਾ KPK ਵੇ, ਜਿਹੜਾ ਮੁਸਤਨਸਰ ਸਾਹਿਬ, ਅੱਛਾ ਤੁਸੀਂ ਮੁਸਤਨਸਰ ਸਾਹਿਬ ਤੁਸੀਂ ਗੱਲ ਮੁਕੰਮਲ ਕਰ ਲਵੋ। ਅਸੀਂ ਅਸਲ ਵਾਰੀ ਗੱਲ ਕਰਨੇ ਆ। ਗੱਲ ਇਹ ਕਿ ਮਰੀਮ ਕੋਈ ਸਿੰਧ ਵਾਲਿਆਂ ਨਾਲ ਤੇ ਡਾਂਗ ਚੁੱਕ ਕੇ ਨਹੀਂ ਨਾ ਖਲੋ ਗਈ ਯਾਰ। ਪਹਿਲਾਂ ਤੇ ਉਹਨੇ ਇਹ ਗੱਲ ਕੀਤੀ ਏ, ਇਹ ਜਿਹੜਾ ਮੋਜਜ਼ਾ ਏ ਇਹ 75 ਵਰਿਆਂ ਬਾਅਦ ਹੋਇਆ। ਅੱਜ ਤੱਕ ਜਦੋਂ ਦਾ ਪਾਕਿਸਤਾਨ ਬਣਿਆ, ਪੰਜਾਬ ਦੇ ਨਾ ਕਿਸੇ ਸਿਆਸਤਦਾਨ ਨੂੰ, ਚਾਹੇ ਉਹ ਵਫਾਕੀ ਲੈਵਲ ਤੇ ਸੀ, ਇਹ ਮਤਲਬ ਇਹ ਵੇ ਕਿ ਉਹਨਾਂ ਨੂੰ ਇਹ ਤੌਫੀਕ ਹੋਈ ਹੈ ਕਿਆ ਕਰਨ ਭਾਈ ਅਸਾਂ ਪੰਜਾਬ ਦੇ ਬਾਰੇ ਬੁਰੀ ਗੱਲ ਨਹੀਂ ਕਿਸੇ ਨੂੰ ਕਰਨ ਦੇਣੀ। ਤੇ ਨਾ ਕੋਈ ਪੰਜਾਬ ਦਾ ਵਜ਼ੀਰ ਆਲਾ ਬੋਲਿਆ, ਉਸ ਆਖਿਆ ਕਿ ਜੀ ਅਸੀਂ ਪੰਜਾਬ ਤੇ ਐਵੇਂ ਖਾਮਖਾਹ ਇਲਜ਼ਾਮ ਤੁਸੀਂ ਲਾਉਂਦੇ ਹੋ, ਗੱਲ ਪਹਿਲਾਂ ਸਾਬਤ ਕਰੋ, ਜੇ ਹੋਈ ਗੱਲ ਤੇ ਕੋਈ ਕਰਾਂਦੇ ਤੇ ਅਸਾਂ ਗੱਲ ਪੰਜਾਬ ਦੇ ਬਾਰੇ ਚ ਮਾੜੀ ਨਹੀਂ ਕਰਨ ਦੇਣੀ। ਮੈਂ ਸਮਝਦਾ ਪਹਿਲਾਂ ਤੇ ਇਹਨੂੰ ਸਾਨੂੰ ਖੈਰ ਮਕਦਮ ਕਰਨਾ ਚਾਹੀਦਾ ਹੈ, ਇਹਨੂੰ ਵੈਲਕਮ ਕਰਨਾ ਚਾਹੀਦਾ ਹੈ। ਤੇ ਜੇ ਪੰਜਾਬ ਦੀ ਰਾਖੀ ਜਿਹੜੀ ਹੈ ਇਹ ਕਰਨ ਦਾ ਐਲਾਨ ਮਰੀਮ ਸਾਹਿਬਾ ਨੇ ਕਰ ਦਿੱਤਾ ਹੈ ਤੇ ਇਹਦੇ ਤੇ ਵੇਖਦੇ ਆ ਕਿ ਇਹਦੀਆਂ ਵਜ੍ਹਾ ਕੀ ਹੋਈ ਹੈ, ਮਸਲਾ ਕੀ ਹੋਇਆ ਹੈ। ਭੱਟੀ ਸਾਹਿਬ ਕੀ ਆਖਦੇ, ਗੱਲ ਸ਼ੁਰੂ ਕਰੀਏ ਜ਼ਰਾ ਕਿ ਪਹਿਲਾਂ ਵਜ੍ਹਾ ਵੇਖੀਏ ਕਿ ਵਜ੍ਹਾ ਕੀ ਹੋਈ। ਮੈਂ ਤੁਹਾਨੂੰ ਇਹੀ ਅਰਜ਼ ਕੀਤਾ ਸੀ ਕਿ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਉੱਥੇ ਬੈਠੇ ਹੋ, ਮੈਂ ਤੇ ਮੁਸਤਨਸਰ ਸਾਹਿਬ ਥੋੜਾ ਦੂਰ ਬੈਠੇ ਆ ਇਸ ਵੇਲੇ। ਤੁਸੀਂ ਦੱਸੋ ਕਿ ਵਜ੍ਹਾ ਕੀ ਤੇ ਉੱਥੇ ਸੂਰਤ ਹਾਲ ਕਿਉਂ ਇਹ ਗੱਲ ਕਰਨੀ ਪਈ? ਆਖਿਰ ਕੋਈ ਤਾਂ ਵਜ੍ਹਾ ਹੋਵੇਗੀ, ਕਿਉਂਕਿ ਇਹ ਬੜੇ ਸਿਆਸਤਦਾਨ ਸਿਆਣੇ ਲੋਕ ਹੁੰਦੇ ਨੇ, ਇਹ ਇਹੋ ਜਿਹੀ ਗੱਲ ਕਰਨ ਤੋਂ ਕਤਰਾਉਂਦੇ ਨੇ ਜਿਹੜੀ ਕੱਲ ਕਲਾ ਉਹਨਾਂ ਦੇ ਗਲ 'ਚ ਪੈਣੀ ਹੋਵੇ। ਕਿਉਂਕਿ ਜਿਨ੍ਹਾਂ ਦੇ ਖਿਲਾਫ ਇਹ ਗੱਲਾਂ ਕਰਦੇ ਨੇ ਕੱਲ ਨੂੰ ਉਹਨਾਂ ਦੇ ਨਾਲ ਹੀ ਰਲ ਕੇ ਬਹਿਣਾ ਹੁੰਦਾ ਹੈ, ਉਹਨਾਂ ਦੇ ਵੋਟ ਲੈਣੇ ਹੁੰਦੇ ਨੇ, ਤਾਮਨ ਉਹਨਾਂ ਦਾ ਚਾਹੀਦਾ ਹੁੰਦਾ ਹੈ। ਇਹ ਗੱਲਾਂ ਐਵੇਂ ਨਹੀਂ ਕਰਦੇ, ਕਿਤੇ ਨਾ ਕਿਤੇ ਜਾਂ ਤੇ ਇਹਨਾਂ ਨੂੰ ਕੋਈ ਆਪਣਾ ਉਹ ਕਹਿੰਦੇ ਨੇ ਕਿ ਹੱਥ ਲਾਂਦਾ ਹੈਗਾ ਕਿ ਇਹ ਗੱਲ ਕਰੋ। ਤੁਸੀਂ ਕਹਿ ਰਹੇ ਹੋ ਕਿ ਨਾਲ ਇੱਕ ਦੂਜੇ ਤੇ ਬਹਿਣਾ ਹੁੰਦਾ ਹੈ ਤੇ ਨਾਲ ਇੱਕ ਦੂਜੇ ਤੇ ਬੈਠੇ ਨੇ, ਇਹ ਤੇ ਗਵਰਨਮੈਂਟ ਚ ਨੇ। ਮੈਂ ਪਹਿਲਾਂ ਸਮਝਦਾ ਵਾਂ ਕਿ ਸਭ ਨੂੰ ਪਹਿਲਾਂ ਤੇ ਆਪਣੇ ਪੰਜਾਬ ਦੇ ਜਿਹੜੇ ਸਾਡੇ ਸੇਵਕ ਨੇ, ਜਿਨ੍ਹਾਂ ਨੇ ਕਈ ਵਰਿਆਂ ਤੋਂ ਪੰਜਾਬੀਅਤ ਦਾ ਬੇੜਾ ਚੁੱਕਿਆ ਹੈ, ਪਹਿਲੀ ਮੁਬਾਰਕਬਾਦ ਉਹਨਾਂ ਨੂੰ ਬਣਦੀ ਹੈ। ਇਹ ਮਿਹਨਤਾਂ ਉਹ ਆਹਿਸਤਾ ਕਰ ਰਹੇ ਸਨ ਔਰ ਹੌਲੀ ਗੱਲ ਕਰ ਰਹੇ ਸਨ ਕਿ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਹੈ। ਉਹ ਇਸ ਵਾਸਤੇ ਨਹੀਂ ਕਿ ਕਿਸੇ ਨੂੰ ਮਿਹਣਾ ਦੇ ਕੇ ਜਾਂ ਤਾਨਾ ਦੇ ਕੇ ਜਾਂ ਕਿਸੇ ਦੇ ਖਿਲਾਫ, ਇਸ ਵਾਸਤੇ ਕਿ ਹਰ ਇੱਕ ਦਾ ਹੱਕ ਹੈ ਕਿ ਉਹ ਆਪਣੀ ਧਰਤੀ, ਉਸ ਜਗ੍ਹਾ ਜਿੱਥੇ ਉਹਨੇ ਜਨਮ ਲਿਆ, ਉਹਦੇ ਹਕੂਕ ਦੇ ਤਹਫ਼ੁਜ਼ ਦੀ ਗੱਲ ਕਰੇ।
ਤੇ ਜੇ ਉਹਦੇ ਤੇ ਕੋਈ ਇਲਜ਼ਾਮ ਲਾਉਂਦਾ ਹੈ ਤਾਂ ਉਹਦਾ ਜਵਾਬ ਦੇਵੇ, ਔਰ ਫਿਰ ਇਹ ਵੇ ਕਿ ਪੰਜਾਬੀਅਤ ਨੂੰ, ਆਪਣੀ ਜਗ੍ਹਾ ਨੂੰ, ਆਪਣੀ ਰਹਿਤ ਵਸਿਆ ਨੂੰ ਅਪਣਾਇਆ ਜਾਏ। ਪਹਿਲਾਂ ਤੇ ਮੈਂ ਸਮਝਦਾ ਭੱਟੀ ਸਾਹਿਬ ਕਿ ਆਹਿਸਤਾ ਆਹਿਸਤਾ ਇੰਝ ਹੋਇਆ ਕਿ ਉਸ ਤਹਿਰੀਕ ਨੇ ਜ਼ੋਰ ਪਕੜਿਆ ਔਰ ਇਹਨਾਂ ਨੂੰ, ਸਿਆਸਤਦਾਨਾਂ ਨੂੰ ਮਹਿਸੂਸ ਹੋਇਆ ਹੈ ਕਿ ਹੁਣ ਉਸ ਧਾਰੇ ਤੋਂ ਬਾਹਰ ਉਹ ਰਹਿ ਨਹੀਂ ਸਕਦੇ। ਪਹਿਲੀ ਗੱਲ ਤੇ ਇਹ ਵੇ, ਮੈਂ ਸਮਝਦਾ ਕਿ ਇਹ ਉਹ ਅਸਰ ਹੈ, ਉਹ ਛੋਟੀਆਂ ਛੋਟੀਆਂ ਬੇਸ਼ੁਮਾਰ ਕੋਸ਼ਿਸ਼ਾਂ, ਮੁਸਤੰਸਰ ਸਾਹਿਬ ਸ਼ਾਮਲ ਨੇ, ਅਸੀਂ ਸਾਰੇ ਉਹਦੇ ਸ਼ਾਮਲ ਆ, ਮੇਰੇ ਹੋਰ ਬੇਸ਼ੁਮਾਰ ਭਰਾ ਉਹਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਕੋਸ਼ਿਸ਼ਾਂ ਨੇ ਥੋੜਾ ਥੋੜਾ ਰੰਗ ਲਿਆਉਣਾ ਸ਼ੁਰੂ ਕੀਤਾ। ਦੂਸਰੀ ਗੱਲ ਜਿਹੜੀ ਹੋਈ ਏ ਉਹ ਇਹ ਵੇ ਕਿ ਦੇਖੋ ਕੁਝ ਪਾਰਟੀਆਂ ਨੇ ਆਪਣੇ ਬੇਸ ਬਣਾ ਦੇ ਨੇ, ਸਿੱਧੀ ਗੱਲ ਹੈ, ਪੀਟੀਆਈ ਦਾ ਬੇਸ ਵੈਸੇ ਤੇ ਉਹ ਕੌਮੀ ਪਾਰਟੀ ਉਹ ਆਪਣੇ ਆਪ ਨੂੰ ਆਖਦੇ ਵੀ ਨੇ, ਲੇਕਿਨ ਬੇਸਿਕ ਬੇਸ ਤੇ ਉਹਨਾਂ ਦਾ KP ਹੈ। ਸਿੰਧ ਦੇ ਵਿੱਚ ਜੋ ਮਰਜ਼ੀ ਤੁਸੀਂ ਕਰ ਲਵੋ, ਜਿੰਨੇ ਮਰਜ਼ੀ ਇਲਜ਼ਾਮ ਲਾ ਲਵੋ, ਪੀਪਲਸ ਪਾਰਟੀ ਤੋਂ ਉੱਪਰ ਹਟ ਕੇ ਵੋਟ ਨਹੀਂ ਕਿਸੇ ਨੂੰ ਦਿੰਦੇ। ਸਿੰਧ ਜਿਹੜਾ ਉਹ ਪੀਪਲਸ ਪਾਰਟੀ ਦਾ ਬੇਸ ਬਣ ਗਿਆ ਹੈ। ਹੁਣ ਕਿਧਰੇ ਇਹ ਸੋਚ ਤੇ ਪੈਦਾ ਹੋਈ ਹੋਣੀ ਹੈ ਨਾ ਕਿ ਪੰਜਾਬ ਨੂੰ ਜਿਹੜਾ ਹੈ, ਬੇਸ਼ੱਕ ਪੰਜਾਬ ਇੱਕ ਵਫਾਕੀ ਪਾਰਟੀ ਹੈ, ਪੀਪਲਸ ਪਾਰਟੀ ਵੀ ਇੱਕ ਵਫਾਕੀ ਪਾਰਟੀ ਹੈ, ਪੀਟੀਆਈ ਵੀ ਵਫਾਕੀ ਪਾਰਟੀ ਹੈ, ਪਰ ਆਪਣੇ ਬੇਸ ਹੁੰਦੇ ਨੇ, ਤੇ ਇਹ ਸ਼ਾਇਦ ਅਹਿਸਾਸ ਪੈਦਾ ਹੋਇਆ ਕਿ ਬੇਸ ਵੀ ਹੋਣਾ ਚਾਹੀਦਾ ਹੈ। ਅੱਛਾ, ਹੁਣ ਮੈਂ ਮੁਸਤੰਸਰ ਸਾਹਿਬ ਕੋਲ ਪੁੱਛਣਾ, ਇਹ ਗੱਲ ਮੈਂ ਉਹਨਾਂ ਕੋਲ ਪੁੱਛ ਰਹੀ ਹੈ। ਮੁਸਤੰਸਰ ਸਾਹਿਬ ਕਿਧਰੇ ਇਹ ਤੇ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹ ਆਇਆ ਹੈ ਔਰ ਉਹਦੇ ਤੇ ਜਿਹੜਾ ਰੌਲਾ ਰੱਪਾ ਇੱਥੇ ਪਿਆ ਹੈ, ਹਾਕਾਕਾਰ ਮਚੀ ਏ, ਉਹਦੇ ਤੋਂ ਕੋਈ ਤਵੱਜੋ ਹਟਾਣੇ ਵਾਸਤੇ ਵੀ ਕੋਈ ਥੋੜਾ ਪੰਜਾਬੀਅਤ ਦਾ ਨਾਰਾ ਜਿਹੜਾ ਹੈ ਉਹ ਮਾਰ ਲੈਣਾ, ਉਹ ਵੀ ਤੇ ਇੱਕ ਬਣਦੀ ਹੈ ਨਾ ਗੱਲ, ਕਿਧਰੇ ਇਹ ਵਜ੍ਹਾ ਤੇ ਨਹੀਂ। ਵੇਖੋ ਜੀ, ਇਸ ਤੋਂ ਪਹਿਲਾਂ ਵੀ ਨਵਾਜ਼ ਸ਼ਰੀਫ ਸਾਹਿਬ ਨੇ ਵੀ ਇੱਕ ਵਾਰੀ ਨਾਰਾ ਮਾਰਿਆ ਸੀ, ਜਾਗ ਪੰਜਾਬੀ ਜਾਗ ਤੇਰੀ ਪੱਗ ਨੂੰ ਲੱਗ ਜਾਂਦਾ। ਤੇ ਜਿਹੜੀ ਗੱਲ ਮੈਂ ਤੁਹਾਡੀ ਗੱਲ ਸੁਣੀ ਹੈ, ਜਿਹੜਾ ਮੈਂ ਉਦੋਂ ਤਾਸਰ ਲਿਆ ਕਿ ਇਹ ਸਿਰਫ ਜਿਹੜਾ ਸਿਆਸੀ ਬਿਆਨ ਤੋਂ ਇਲਾਵਾ ਇਹ ਕੁਝ ਵੀ ਨਹੀਂ ਸੀ। ਮੈਂ ਸਮਝਦਾ ਕਿ ਇੱਕ ਵਜ੍ਹਾ ਇਹ ਵੀ ਹੈ ਵੇ ਕਿ ਪੰਜਾਬ ਦੇ ਵਿੱਚ ਸਲਾਬ ਦੀ ਸੂਰਤ ਹਾਲ ਜਿਹੜੀ ਏ ਉਹਦੇ ਤੇ ਇੱਕ ਬੜੀ, ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਬੜੀ ਆਵਾਜ਼ਾਰੀ ਜੀ ਆਵਾਮ ਦੇ ਅੰਦਰ ਸੀ, ਬੜੀ ਤਕਲੀਫ ਸੀ। ਠੀਕ ਹੈ, ਹੁਕੂਮਤ ਕੋਲ ਜੋ ਬਣਿਆ ਕੀਤਾ, ਖਾਸ ਤੌਰ ਤੇ ਸਾਡੇ ਕੁਝ ਮਹਿਕਮੇ 112 ਵਾਲਿਆਂ ਕੀਤਾ, ਲੇਕਿਨ ਅਸੀਂ ਅੱਗੇ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਨਾ, ਤਿਆਰੀ ਪੂਰੀ ਸੀ ਨਾ, ਠੀਕ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਦੀ ਮਦਦ ਹੋਈ, ਲੋਕਾਂ ਦਾ ਮਾਲ ਡੰਗਰ ਰੁੜ ਗਿਆ, ਕੁੱਲੇ ਢਹਿ ਗਏ, ਬੜੀ ਤਕਲੀਫ ਸੀ, ਉਹ ਵੀ ਹੈ ਵੇ। ਹੁਣ ਉਹਦੇ ਤੇ ਉਹ ਵਕਤ ਆਇਆ ਕਿ ਉਹਨਾਂ ਦੀ ਮਦਦ ਕਰਨ ਦਾ, ਹੁਣ ਉਹਨੂੰ ਅਗਰ ਇੱਕ ਹੋਰ ਰੰਗ ਦੇ ਦਿੱਤਾ ਜਾਏ ਤੇ ਇਹ ਮਾੜੀ ਗੱਲ ਹੈ। ਅਗਰ ਤੇ ਮੈਨੂੰ ਤਾਂ ਨਹੀਂ ਪਤਾ, ਮੈਂ ਤੇ ਇਹਦੇ ਵਿੱਚ ਮੈਂ ਤੇ ਸਮਝ, ਮੈਨੂੰ ਤੇ ਚਾਮਦ ਹੈ, ਮੇਰੇ ਵਾਸਤੇ ਤੇ ਬੜਾ ਅਨੋਖਾ ਮੌਜਾ ਹੋਇਆ ਹੈ ਕਿ ਸਾਡੇ ਚੀਫ ਮਿਨਿਸਟਰ ਪੰਜਾਬ ਨੇ ਪੰਜਾਬੀਅਤ ਦੀ ਰਾਖੀ ਕਰਨ ਦੀ ਗੱਲ। ਇਕਬਾਲ ਸ਼ਾਇਦ ਸਾਹਿਬ ਮੈਨੂੰ ਇਹ ਦੱਸੋ ਕਿ ਚੀਫ ਮਿਨਿਸਟਰ ਸਾਹਿਬਾਂ ਨੇ ਜਿਹੜੀ ਇਹ ਗੱਲ ਕੀਤੀ ਹੈ, ਇਹ ਜ਼ਾਹਿਰ ਹੈ ਗੱਲ ਦੇ ਰੱਦੇ ਅਮਲ ਵਿੱਚ ਕੀਤੀ, ਕਿਉਂਕਿ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣਾ ਪੀਪਲਸ ਪਾਰਟੀ ਨੂੰ ਕਹਿੰਦੇ ਆ ਕਿ ਆਪਣੇ ਜਿਹੜੇ ਸਪੋਕਸ ਪਰਸਨ ਹੈ ਨੇ ਉਹਨਾਂ ਨੂੰ ਸਮਝਾਓ ਬੁਝਾਓ ਤੇ ਇਹੋ ਜਿਹੀਆਂ ਗੱਲਾਂ ਨਾ ਕਰੋ। ਗੱਲ ਉਹਨਾਂ ਨੇ ਕੀਤੀ ਕੀ ਹੈ? ਇਹੀ ਗੱਲ ਕੀਤੀ ਹੈ ਕਿ ਜਿਹੜੀ ਇਮਦਾਦ ਦੀ ਤਕਸੀਮ ਹੈ ਉਹ ਬਾਈਸੈਪ ਯਾਨੀ ਕਿ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਇੱਕ ਤੁਹਾਡੇ ਕੋਲ ਆਲਰੇਡੀ ਮੌਜੂਦ ਹੈ, ਨੈਟਵਰਕ ਮੌਜੂਦ ਹੈ, ਉਸ ਨੈਟਵਰਕ ਨੂੰ ਇਸਤੇਮਾਲ ਕਰਦਿਆਂ ਆ, ਲੋਕਾਂ ਦਾ ਡੇਟਾ ਤੁਹਾਡੇ ਕੋਲ ਮੌਜੂਦ ਹੈ ਤੇ ਉਸ ਨੈਟਵਰਕ ਨੂੰ ਇਸਤੇਮਾਲ ਕਰਦੇ ਆ ਤੁਸੀਂ ਇਮਦਾਦ ਤਕਸੀਮ ਕਰੋ, ਲੋਕਾਂ ਨੂੰ ਦਿਓ, ਤੇ ਇਹਦੇ 'ਚ ਕਿਹੜੀ ਮਾੜੀ ਗੱਲ ਕੀਤੀ ਪੀਪਲਸ ਪਾਰਟੀ ਦੇ ਲੋਕਾਂ ਨੇ ਜੀ? ਕੋਈ ਸਮਝ ਨਹੀਂ ਨਾ ਪਈ ਆਉਂਦੀ। ਗੱਲ ਤੇ ਇਹ ਵੇ ਕਿ ਤਿੰਨ ਮੁੱਦੇ ਨੇ। ਇੱਕ ਤੇ ਇਹ ਵੇ ਕਿ ਉਹਨਾਂ ਨੇ ਜਰਨਲ ਇਹ ਨਾਰਾ ਮਾਰਿਆ ਕਿ ਪੰਜਾਬ ਦੇ ਖਿਲਾਫ ਜਿਹੜਾ ਕੋਈ ਗੱਲ ਕਰੇ ਤਾਂ ਮੈਂ ਆਪਣੇ ਖਿਲਾਫ ਬਰਦਾਸ਼ਤ ਕਰ ਲਵਾਂ ਦੀ, ਤੇ ਪੰਜਾਬ ਦੇ ਖਿਲਾਫ ਨਹੀਂ ਕਰਨੀ। ਮੈਂ ਉਹਦੀ ਜਿਹੜੀ ਏ ਉਹ ਤੇ ਮੂੰਹ ਤੋੜ ਜਵਾਬ ਕੀ, ਬਲਕਿ ਉਂਗਲੀ ਤੋੜ ਜਵਾਬ ਦੀ ਗੱਲ ਕੀਤੀ। ਨਾ ਹੱਦ ਹੋ ਗਈ, ਕਿਸੇ ਨੇ ਗੱਲ ਕੀਤੀ ਨਹੀਂ। ਹੁਣ ਤੇ ਪਹਿਲਾਂ ਗੱਲਾਂ ਜਦੋਂ ਕਰਦੇ ਸੀ ਉਦੋਂ ਸਾਰੇ। ਹੁਣ ਸਵਾਲ ਇਹਦਾ ਦੂਜਾ ਮੁੱਦਾ ਦਾ ਇਹ ਵੇ, ਨਾਲ ਹੀ ਉਹਦਾ ਰੱਖਿਆ ਏ ਕਿ ਜੀ ਇਹ ਅਸੀਂ ਜਾਣਦੇ ਹਾਂ ਕਿ ਕਿਵੇਂ ਅਸਾਂ ਮਦਦ ਕਰਨੀ ਹੈ, ਸਾਨੂੰ ਕੋਈ ਮੱਤਾ ਨਾ ਦੇਵੇ। ਇਹ ਦੋ ਮਸਲੇ, ਇਹਨਾਂ ਦਾ ਸਾਰਿਆਂ ਮਸਲਿਆਂ ਤੇ ਅਸੀਂ ਗੱਲ ਕਰਨੀ ਹੈ। ਤੀਜੀ ਉਹਨਾਂ ਨਾਲ ਹੀ ਗੱਲ ਕੀਤੀ ਹੈ ਕਿ ਨਹਿਰਾਂ ਕਿਉਂ ਨਾ ਬਣਾਈਏ ਜੀ, ਅਸੀਂ ਸਾਡਾ ਆਪਣਾ ਪਾਣੀ, ਸਾਡੇ ਆਪਣੇ ਪੈਸੇ, ਜਿੱਥੇ ਮਰਜ਼ੀ ਅਸੀਂ ਲਾਈਏ, ਅਸੀਂ ਨਹਿਰਾਂ ਬਣਾਈਏ। ਅੱਛਾ, ਤਿੰਨਾਂ ਗੱਲਾਂ ਦਾ ਇਕੱਠਾ ਮਿਕਸ ਹੋ ਜਾਣਾ ਜਿਹੜਾ ਹੈ ਨਾ, ਇਹਦੀ ਲੋਕਾਂ ਨੂੰ ਸਮਝ ਨਹੀਂ ਪਈ ਆਉਂਦੀ, ਤੇ ਸਾਡਾ ਕੰਮ ਹੈ ਕਿ ਇਹਨੂੰ ਬਾਰੀ ਬਾਰੀ ਇਹਨਾਂ ਹੀ ਗੱਲਾਂ ਨੂੰ ਸਮਝਾਣਾ। ਗੱਲ ਇਹ ਵੇ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਸੈਲਾਬ ਆਇਆ ਹੈ ਉਹਦੀ ਜਵਾਬ ਤਲਬੀ ਜਿਹੜੀ ਉਹ ਸਿੰਧੀ ਤੇ ਨਹੀਂ ਕਰ ਰਹੇ ਨਾ। ਸਿੰਧੀ ਤੇ ਬਿਲਾਵਲ ਭੁੱਟੋ ਨੇ ਬਲਕਿ ਤਾਰੀਫ ਕੀਤੀ ਹੈ, ਉਹਦੀ ਜਵਾਬ ਤਲਬੀ ਤੇ ਪੰਜਾਬੀ ਕਰ ਰਹੇ ਨੇ। ਔਰ ਉਹ ਜਵਾਬ ਤਲਬੀ ਪੰਜਾਬ ਕੋਲੋਂ ਨਹੀਂ ਕਰ ਰਹੇ, ਉਹ ਪੰਜਾਬ ਹਕੂਮਤ ਕੋਲੋਂ ਕਰ ਰਹੇ ਨੇ, ਜਿਹੜੇ ਵੀ ਕਰ ਰਹੇ ਨੇ। ਦੇਖੋ ਭੱਟੀ ਸਾਹਿਬ, ਮੈਂ ਇੱਕ ਗੱਲ ਕਰਾਂ ਦਾ ਛੋਟੀ ਜਿਹੀ,
ਜੇ ਪੰਜਾਬ 'ਚ ਪੀਪਲਸ ਪਾਰਟੀ ਦੇ ਕੋਈ ਰਾਹਨੁਮਾ ਨੇ ਤਾਂ ਪੰਜਾਬੀ ਨਹੀਂ? ਇਹ ਗੱਲ ਦੱਸੋ ਕਿ ਉਹ ਜਿਹੜਾ ਆਪਣਾ ਨਦੀਮ ਅਫਸਰ ਚੰਦ ਨੇ, ਗੋਂਦਲ ਵੀ ਏ, ਕਿਉਂ ਜੀ ਮੁਸਤਫਾ ਸਾਹਿਬ ਗੋਂਦਲ ਹੀ ਨੇ ਨਾ, ਚੰਦ ਸਾਹਿਬ? ਜੀ ਜੀ, ਗੋਂਦਲ ਹੀ ਨੇ। ਅੱਛਾ, ਉਹ ਪੰਜਾਬੀ ਨੇ ਨਾ, ਉਹ ਬਾਹਰੋਂ ਤੇ ਕਿਧਰੋਂ ਆਈ ਗਾਫ ਹੀ ਕੋਈ ਨਹੀਂ ਉਹਦੇ ਵਿੱਚ, ਕਿਸੇ ਹੋਰ ਜ਼ੁਬਾਨ ਅਰਬੀ ਸ਼ਰਬੀ ਵਿੱਚ। ਬਸ ਅਸੀਂ ਬੜਾਇਆ ਝਾੜੇ ਕੋਈ ਨਹੀਂ ਕਿਧਰੇ ਵਿੱਚ। ਭੱਟੀ ਸਾਹਿਬ ਜਿਹੜੇ ਨੇ, ਇਹਨਾਂ ਦੀ ਵੀ ਨਾਲ ਟੇਲ ਲੱਗਦੀ। ਅਸੀਂ ਸਾਰੇ ਮਰ ਕੇ ਪੁਰਖਾਂ ਤੋਂ, ਮਾਂ ਕਬਲ ਤਾਰੀਖ ਤੋਂ ਇਸੇ ਖਿੱਤੇ ਵਿੱਚ ਆ ਨਾ। ਇਸੇ ਖਿੱਤੇ ਜੇ ਕੋਈ ਪੰਜਾਬੀ ਪੀਟੀਆਈ ਵਾਲਾ ਪੁੱਛ ਲਵੇ ਗੱਲ, ਜਾਂ ਪੰਜਾਬੀ ਪੀਪੀ ਵਾਲਾ ਪੁੱਛ ਲਵੇ ਗੱਲ, ਤੇ ਉਹ ਬਾਹਰੋਂ ਤਾਂ ਨਹੀਂ ਕੋਈ ਤਨਕੀਦ ਕਰ ਰਿਹਾ, ਔਰ ਨਾ ਉਹ ਪੰਜਾਬ ਤੇ ਤਨਕੀਦ ਕਰ ਰਿਹਾ। ਇਹ ਗੱਲ ਤਾਂ ਸਮਝ ਨਹੀਂ ਆਉਂਦੀ। ਅਗਰ ਕਿਸੇ ਬਾਹਰੋਂ ਤਨਕੀਦ, ਹਾਂ, ਅਗਰ ਮੁਰਾਦ ਸ਼ਾਹ ਗੱਲ ਕਰਦਾ ਹੈ ਜਾਂ ਮੇਮਨ ਸਾਹਿਬ ਗੱਲ ਕਰਦੇ ਨੇ ਜਾਂ ਖੁਰਸ਼ੀਦ ਸ਼ਾਹ ਕਰਦਾ, ਤੇ ਉਹਨਾਂ ਨੂੰ ਤੇ ਬਿਲਕੁਲ ਸਾਡਾ ਆਖਣਾ ਵੀ ਬਣਦਾ, ਮਰੀਮ ਦਾ ਵੀ ਬਣਦਾ ਹੈ ਕਿ ਭਾਈ ਤੁਸੀਂ ਆਪਣਾ ਕੰਮ ਨਿਬੇੜੋ। ਪਿੱਛੇ ਹੁਣ ਇਹ ਗੱਲ ਰਹਿ ਜਾਂਦੀ ਹੈ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਵਾਲੀ। ਭੱਟੀ ਸਾਹਿਬ ਗੱਲ ਇਹ ਵੇ ਕਿ ਇਹ ਮੁਤਾਲਬਾ ਕਰਨਾ ਕਿ ਜੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਜ਼ਰੀਏ ਮਦਦ ਕਰੋ ਸਾਬਜ਼ਦਗਾਨ ਦੀ, ਉਹਨਾਂ ਕੋਲ ਆਪਣਾ ਜਵਾਬ ਸੀ। ਉਹ ਆਂਦੇ ਨੇ ਕਿ ਡਾਟਾ ਗਰੀਬਾਂ ਦਾ, ਗੈਰ ਜਨਮ ਦਾ ਡਾਟਾ ਇਕੱਠਾ ਹੋਇਆ ਹੈ, ਉਹ ਰਿਕਾਰਡ 'ਚ ਮੌਜੂਦ ਹੈ। ਉਹਨਾਂ ਨੂੰ ਪੈਸੇ ਭੇਜਣ 'ਚ 1 ਸੈਕਿੰਡ ਲੱਗਣਾ ਹੈ, ਤੇ ਜਿੱਥੇ ਜਿੱਥੇ ਸਲਾਬ ਆਇਆ ਤੁਹਾਨੂੰ ਉਹਨਾਂ ਏਰੀਆਜ਼ ਦਾ ਵੀ ਪਤਾ ਹੈ। ਉਹਨਾਂ 'ਚ ਜਿਹੜੇ ਮਾੜੇ ਬੰਦੇ ਨੇ ਉਹਨਾਂ ਤੋਂ ਤੇ ਸ਼ੁਰੂ ਕਰੋ ਫੌਰੀ ਤੌਰ ਤੇ। ਲੇਕਿਨ ਪੰਜਾਬ ਗੌਰਮੈਂਟ ਕਹਿੰਦੀ ਹੈ ਕਿ ਨਹੀਂ ਜੀ, ਅਸੀਂ ਪਹਿਲਾਂ ਸਰਵੇ ਕਰਾਂਗੇ, ਔਰ ਸਰਵੇ ਕਰਕੇ ਅਸੀਂ ਦੇਖਾਂਗੇ ਕੌਣ ਕਿੱਥੇ ਕਿੰਨਾ ਕਿਸੇ ਦਾ ਨੁਕਸਾਨ ਹੋਇਆ ਹੈ। ਅੱਛਾ, ਇਹ ਦੋਵੇਂ ਗੱਲਾਂ ਗਲਤ ਕੋਈ ਨਹੀਂ। ਬਾਤ ਇਹ ਵੇ ਕਿ ਅਗਰ ਉਹ ਕੋਈ ਮਸ਼ਵਰਾ ਦਿੰਦਾ ਹੈ, ਖਾਸ ਤੌਰ ਤੇ ਪੰਜਾਬ ਵਾਲਿਆਂ ਦਾ ਤੇ ਹੱਕ ਕੇ ਗੱਲ ਕਰਨਾ, ਤੇ ਜੇ ਸਿੰਧ 'ਚ ਵੀ ਕੋਈ ਮਸ਼ਵਰਾ ਦਿੰਦਾ ਹੈ ਤਾਂ ਥੈਂਕ ਯੂ ਵੈਰੀ ਮਚ, ਆ ਕੇ ਮਸ਼ਵਰਾ ਵਾਪਸ ਕਰ ਦਿਓ। ਆਖੋ ਨਹੀਂ ਜੀ, ਮੈਂ ਨਹੀਂ ਸਮਝਦਾ ਕਿ ਕੋਈ ਲੜਨ ਝਗੜਨ ਵਾਲੀ ਗੱਲ ਹੈ। ਇਸ ਹੱਦ ਤੱਕ ਤੇ ਅਸੀਂ ਬਿਲਕੁਲ ਮੁਤਫਿਕ ਹਾਂ ਭਾਈ, ਪੰਜਾਬ ਦੇ ਖਿਲਾਫ, ਅਗਰ ਪੰਜਾਬੀਅਤ ਦੇ ਖਿਲਾਫ। ਮੈਂ ਇਸ ਮੌਜੂ ਤੇ ਮੁਸਤਨਸਰ ਸਾਹਿਬ ਨੂੰ ਅਸੀਂ ਪੁੱਛਨੇ ਆ ਕਿ ਤੁਸੀਂ ਕੀ ਕਹਿੰਦੇ ਹੋ? ਉੱਥੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਬਹੁਤ ਸਾਰੇ ਪੰਜਾਬੀ ਤੁਹਾਡੇ ਆਲੇ ਦੁਆਲੇ ਆਏ ਨੇ, ਔਰ ਮੁਖਤਲਿਫ ਖਿੱਤਿਆਂ ਔਰ ਮੁਖਤਲਿਫ ਇਲਾਕਿਆਂ ਤੇ ਜ਼ਿਲ੍ਹਿਆਂ ਦੇ ਲੋਕੀ ਰਹਿਣ ਵਾਲੇ ਨੇ, ਤੇ ਹਰ ਬੰਦਾ ਆਪਣੇ ਆਪਣੇ ਇਲਾਕੇ ਤੇ ਆਪਣੇ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਕਿਉਂਕਿ ਉਹਨੂੰ ਬੜੀ ਅੱਛੀ ਤਰ੍ਹਾਂ ਜਾਣਦਾ ਹੈ। ਸੋ ਜਿਹੜਾ ਬੰਦਾ ਪੰਜਾਬ ਤੋਂ ਦੂਰ ਰਹਿੰਦਾ, ਸੱਚੀ ਗੱਲ ਹੈ ਕਿ ਜਿੰਨਾ ਪੰਜਾਬ ਦਾ ਮੁਖਤਲਿਫ ਇਲਾਕਿਆਂ ਦਾ ਉਹਨੂੰ ਪਤਾ ਹੁੰਦਾ, ਅੰਦਰ ਬੈਠੇ ਨੇ ਉਹਨਾਂ ਨਹੀਂ ਪਤਾ ਹੁੰਦਾ। ਤੁਸੀਂ ਦੱਸੋ ਕਿ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਿਆ ਜਾ ਰਿਹਾ ਉੱਥੇ? ਵੇਖੋ ਜੀ, ਕਿ ਇੰਡੀਵਿਜੂਅਲ ਵੇਖਿਆ ਜਾਏ ਤੇ ਵੇਖਿਆ ਅਫਸੋਸ ਹੈ, ਦੁੱਖ ਹੈ ਵੀ ਬੜੇ ਅਸਦੇ ਵਸਦੇ ਘਰ ਜਿਹੜੇ ਨੇ ਉਜੜ ਗਏ ਨੇ, ਔਰ ਅਕਸਰ ਬਵੀ ਦਾ ਇਹ ਗੱਲਬਾਤ ਵੀ ਹੁੰਦੀ ਹੈ। ਮੈਂ ਆਪ ਇੱਕ ਤਨਜ਼ੀਮ ਦੀ ਓਵਰਸੀਜ਼ ਵੈਲਫੇਅਰ ਦੀ ਨੁਮਾਇੰਦਗੀ ਪਾ ਕਰਨਾ। ਸਾਡੇ ਕੋਲ ਜੋ ਹੋ ਸਕਿਆ ਅਸਾਂ ਜ਼ਿਲ੍ਹਾ ਮੰਡੀ ਬਾਉਲਦੀਨ ਵਿੱਚ 3-4 ਪਿੰਡਾਂ ਵਿੱਚ ਜੋ ਕੁਝ ਹੋ ਸਕਦਾ ਸੀ ਅਸੀਂ ਕੀਤਾ। ਇੱਥੋਂ ਕੋਈ ਦੋਸਤ ਗਏ ਨੇ, ਜੋ ਕੁਝ ਸਾਡੇ ਕੋਲ ਜਮਾ ਹੋਇਆ ਸਾਨੂੰ ਦਿੱਤਾ, ਉਹਨਾਂ ਕਰ ਦਿੱਤਾ। ਵੀ ਸਰਵੇ ਕਰਨਾ, ਮੈਂ ਤੁਹਾਡੀ ਪਹਿਲਾਂ ਇਸ ਗੱਲ ਲਾਵਾਂਗਾ, ਸਰਵੇ ਕਰਨ ਦਾ ਮਕਸਦ ਹੈ ਕਮਿਸ਼ਨ ਬਣਾ ਦਿਓ, ਪਰ ਜਿਹੜਾ ਕੰਮ ਨਹੀਂ ਕਰਨਾ ਉਹਨੂੰ ਅੱਜ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ। ਅੱਜ ਤੁਸੀਂ ਸਰਵੇ, ਸਾਰੀ ਦੁਨੀਆ ਨੂੰ ਪਤਾ ਕੌਣ ਵਸਿਆ ਕੌਣ ਉਜੜਿਆ, ਹਰ ਸ਼ਾਇਦ ਤੁਹਾਡੇ ਸਾਹਮਣੇ में। ਉਹ ਇਹੋ ਹੀ ਡਿਸਕਸ ਸਾਡੀ ਰੋਜ਼ਾਨਾ ਹੁੰਦੀ ਹੈ ਕਿ ਇਸ ਕੰਮ ਨੂੰ ਡਿਲੇ ਨਾ ਕਰਨ, ਕਿ ਜਿਹੜੀ ਬੁਨਿਆਦੀ ਜ਼ਰੂਰਤ ਸੀ, ਹਾਲਾਂਕਿ ਇਸ ਸਲਾਬਾਂ ਦਾ ਪਤਾ ਹੁੰਦਾ ਹੈ ਗੌਰਮੈਂਟ ਵੱਲੋਂ ਕੋਈ ਵੀ ਇਮਦਾਦ ਨਹੀਂ ਹੋਈ, ਨਾ ਕੋਈ ਸ਼ੈਲਟਰ ਮੁਹੱਈਆ ਕੀਤਾ ਗਿਆ, ਕੁਝ ਵੀ ਨਹੀਂ ਕੀਤਾ ਗਿਆ। ਆਪਣੀ ਮਦਦ ਆਪ ਦੇ ਤਹਿਤ ਲੋਕਾਂ ਹੀ ਨੇ ਜਾ ਕੇ ਮਦਦ ਕੀਤੀ, ਆਪਣੇ ਭਾਈਆਂ ਦੀ, ਪੰਜਾਬੀਆਂ ਨੇ ਮਦਦ ਕੀਤੀ। ਤੇ ਇਹੋ ਹੀ ਗੱਲ ਅਸੀਂ ਵੀ ਸੋਚਦੇ ਹਾਂ। ਤੇ ਦੂਸਰਾ ਹਾਂਜੀ ਜੀ ਮੁਸਤਫਾ ਸਾਹਿਬ ਕਰੋ ਤੁਸੀਂ ਗੱਲ। ਜੀ ਤੁਸੀਂ ਕਰੋ ਗੱਲ। ਠੀਕ, ਮੈਂ ਇਹ ਪਿਆਣਾ ਕਿ ਅਸੀਂ ਆਪਣੀ ਆਜ਼ਾਦੀ ਦੇ ਵਿੱਚ ਕਈ ਸਲਾਬ ਵੀ ਵੇਖੇ ਨੇ ਤੇ ਕਈ ਸਰਵੇ ਵੀ ਵੇਖੇ ਨੇ। ਮੈਂ ਵੇਖਿਆ ਸਰਵੇ ਵੇ ਆਉਣਾ, ਉੱਥੇ ਚੁਪਾਲ ਦਾਰੇ ਵਿੱਚ ਬਹਿ ਕੇ ਸਾਰੇ ਪਿੰਡ ਦੇ ਦੱਸਣਾ ਜੀ ਮੇਰੀ ਮਤਲਬ ਇੱਕ ਮੱਝ ਰੁੜ ਗਈ ਏ, ਮੇਰੀ ਕੰਧ ਡਿੱਗ ਪਈ ਏ। ਉਹ ਬਾਅਦ ਚ ਨਹੀਂ ਕਦੇ ਪਤਾ ਲੱਗਾ ਉਹ ਸਰਵੇ ਦਾ ਕੀ ਹੋਇਆ। ਯਾਨੀ ਉਹ ਇੱਕ ਅਫਸਾਨਾ ਵੀ ਬਣਿਆ ਨਾ, ਕਮਿਸ਼ਨ ਤੁਸੀਂ ਵੀ ਪੜਿਆ ਹੋਣਾ ਹੈ ਕਿ ਉਹ ਕਮਿਸ਼ਨ ਬਿਠਾ ਦਿਓ ਤੇ ਫਿਰ ਉਸ ਕਮਿਸ਼ਨ ਚ ਕਿੰਨੇ ਬਹਿਣਾ, ਫਿਰ ਉਹਦੇ ਤੇ ਕਮਿਸ਼ਨ ਬਿਠਾ ਦਿਓ। ਅਸੀਂ ਕਹਿੰਦੇ ਇੰਜ ਨਹੀਂ ਹੋਣਾ ਚਾਹੀਦਾ। ਜੇ ਕਰਨਾ ਹੈ ਬੇਸ਼ੱਕ ਕਰੋ, ਆਪਣੀ ਮਰਜ਼ੀ ਦੇ ਮੁਤਾਬਕ ਕਰੋ, ਤੁਹਾਡਾ ਅਖਤਿਆਰ ਹੈ, ਤੁਸੀਂ ਕਰੋ। ਤੁਸੀਂ ਪੰਜਾਬ ਗੌਰਮੈਂਟ ਹੋ, ਤੁਸੀਂ ਨੁਮਾਇੰਦੇ ਹੋ ਸਾਡੇ, ਲੇਕਿਨ ਜਲਦੀ ਕਰੋ, ਫੌਰਨ ਕਰੋ। ਜੇ ਮਤਲਬ ਹੈ ਕਿ 1 ਸਾਲ ਬਾਅਦ ਫਿਰ ਅਗਲੇ ਸਾਲ ਦੀ ਤਿਆਰੀ ਹੋ ਜਾਂਦੀ ਹੈ। ਔਰ ਜੇ ਬੰਦੇ ਆਪਣੇ ਝੁੱਗੇ ਕਿਸੇ ਨਾ ਕਿਸੇ ਤਰੀਕੇ ਨਾਲ ਭਰਾ ਲੈਣੇ ਨੇ ਔਰ ਭੁੱਖ ਕੱਟ ਲੈਣੀ ਹੈ, ਤੇ ਫਿਰ ਉਹਦਾ ਕੀ ਫਾਇਦਾ ਕਰਨ ਦਾ, ਜੋ ਵੀ ਕਰਨਾ। ਤੁਹਾਡੇ ਜ਼ਿਲ੍ਹੇ ਦੀ ਇੰਤਜ਼ਾਮੀਆ ਮੌਜੂਦ ਹੈ, ਤੁਹਾਡੇ MPs ਮੌਜੂਦ ਨੇ ਜਿਹੜੇ ਕਿ ਹਰ ਜ਼ਿਲ੍ਹੇ ਤੇ ਹਰ ਜਗ੍ਹਾ ਦੀ ਨੁਮਾਇੰਦਗੀ ਕਰਦੇ ਨੇ।
ਤੁਹਾਡੇ ਕੋਲ ਇੱਕ ਇਨਫਰਾਸਟ੍ਰਕਚਰ ਮੌਜੂਦ ਹੀ ਹੈ, ਉਹ ਅਗਰ ਤੁਹਾਨੂੰ ਮਿਸਾਲ ਦੇ ਤੌਰ ਤੇ ਤੁਹਾਡਾ ਜਿਹੜਾ ਜ਼ਿਲ੍ਹੀ ਇੰਤਜ਼ਾਮੀਆ ਹੈ ਤੁਹਾਨੂੰ ਸਰਵੇ ਕਰਕੇ ਦੇਣਾ ਚਾਹੇ ਤੇ ਕਿੰਨਾ ਕੁ ਟਾਈਮ ਉਹਦੇ ਤੇ ਲੱਗੇਗਾ। ਬਲਕਿ ਅਗਲੇ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇਹੀ ਕੰਮ ਕਰ ਰਹੇ ਨੇ ਤੇ ਨਾਲ ਨਾਲ ਸਰਵੇ ਵੀ ਕਰਦੇ ਰਹਿੰਦੇ। ਅੱਛਾ, ਹੁਣ ਸਰਵੇ ਕਰਨ ਲੱਗੇ ਤੁਹਾਨੂੰ ਢਿੱਲ ਪੈ ਰਹੀ ਏ ਤੇ ਅੱਲਾ ਦੇ ਨੇਕ ਬੰਦਿਓ, ਅਗਰ ਤੁਹਾਨੂੰ ਕਿਸੇ ਨੇ ਮਸ਼ਵਰਾ ਦਿੱਤਾ ਹੈ ਚੰਗਾ ਕਿ ਯਾਰ ਇੱਕ ਫੌਰੀ ਇਮਦਾਦ ਪਹੁੰਚਾਉਣ ਵਾਸਤੇ ਬਾਈਸਪ ਨੂੰ ਤੁਸੀਂ ਇਸਤੇਮਾਲ ਕਰਦੇ ਆ, ਉਹ ਡੇਟਾ ਇਸਤੇਮਾਲ ਕਰਦੇ ਆ, ਲੋਕਾਂ ਨੂੰ ਇਮਦਾਦ ਪਹੁੰਚਾਓ। ਲਿਹਾਜ਼ਾ ਮੈਂ ਤੁਹਾਨੂੰ ਅਰਜ਼ ਕਰ ਦਿੰਦਾ ਵਾ, ਛੋਟੀ ਜਿਹੀ ਅਰਜ਼ ਕਰਾਂਗਾ। ਸੱਚੀ ਗੱਲ ਹੈ ਕਿ ਜਿਹੜਾ ਇੱਕਦਮ ਹੀ ਇਹਨਾਂ ਦੀ ਪੰਜਾਬੀਅਤ ਜਾਗੀ ਹੈਗੀ ਹੈ ਜਾਂ ਇਹ ਜਿਹੀਆਂ ਦੀਆਂ ਗੱਲਾਂ ਕਰਦੇ ਪਏ ਨੇ। ਇੱਕ ਤੇ ਤੁਹਾਡੀ ਜਿਹੜੀ ਗੱਲ ਹੈ ਉਹ ਬੜੀ ਦਿਲ ਲੱਗਦੀ ਹੈ ਕਿ ਜਿਹੜੀ ਇੱਕ ਮੁਸਲਸਲ ਪੰਜਾਬੀ ਇੰਟੈਲੀਜੈਂਸੀਆ ਗੱਲ ਕਰਦੀ ਪਈ ਸੀ, ਪੰਜਾਬੀ ਸੇਵਕ ਗੱਲ ਕਰਦੇ ਪਏ ਸਨ, ਤੇ ਉਹਨਾਂ ਦਾ ਕਿਤੇ ਨਾ ਕਿਤੇ ਅਸਰ ਹੋਣਾ ਸ਼ੁਰੂ ਹੋਇਆ। ਇੱਕ ਗੱਲ। ਦੂਜੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਨੂੰ ਆਪਣੀ ਇਹ ਸਮਝ ਆਈ ਹੈ ਕਿ ਯਾਰ ਸਾਡੀ ਵੀ ਇੱਕ ਬੇਸ ਹੋਣੀ ਚਾਹੀਦੀ ਹੈ, ਜਿਹੜੀ ਕਿ ਕਦੀ ਕਦੀ ਇਹਨਾਂ ਦੀ ਬੇਸ ਹੁੰਦੀ ਸੀ ਔਰ ਉਹ ਬੇਸ ਇਹਨਾਂ ਦੇ ਹੱਥੋਂ ਨਿਕਲਦੀ ਨਜ਼ਰ ਆਉਂਦੀ ਗਈ ਤੇ ਇਹ ਦੁਬਾਰਾ ਉਹਨੂੰ ਆਪਣਾ ਵਾਪਸ ਲਿਆਉਣ ਵਾਸਤੇ ਉਹਨਾਂ ਨੇ ਇਹ ਗੱਲ ਕੀਤੀ। ਲੇਕਿਨ ਸਰ ਮੈਂ ਤੁਹਾਡੀ ਗੱਲ ਨੂੰ ਭੱਟੀ ਸਾਹਿਬ ਥੋੜਾ ਮੈਂ ਅੱਗੇ ਚਲਾਉਣਾ ਚਾਹੁੰਦਾ। ਜੇ ਪੰਜਾਬੀਅਤ ਜਾਗੀ ਹੈ ਤਾਂ ਸਤ ਬਿਸਮਿਲ੍ਲਾ ਤੇ ਮਤਲਬ ਇੱਕ ਚਾਵਲ ਹੈ, ਚਾਹ ਬੜਾ, ਬਲਕਿ ਵਧਾਈਆਂ ਸਾਰੇ ਪੰਜਾਬੀਆਂ ਨੂੰ। ਪਰ ਗੱਲ ਇਹ ਵੇ ਕਿ ਨਾਲ ਪੰਜਾਬੀ ਵੀ ਤੇ ਜਾਗਦੇ ਨੇ। ਇੰਝ ਕੋਈ ਨਹੀਂ ਕਿ ਇਸ ਗੱਲਾਂ ਬਾਤਾਂ ਨਾਲ ਹੀ ਸਾਨੂੰ ਕੋਈ ਜਿਹੜਾ ਉਹ ਪੂਰਾ ਕਰਕੇ ਚਲਾ ਜਾਏ। ਮੈਂ ਇੱਕ ਦੋ ਗੱਲਾਂ ਹੁਣ ਕਰਨ ਲੱਗਾ, ਮੁਸਤਨਸਰ ਸਾਹਿਬ ਤੁਸੀਂ ਤੇ ਮੇਰੇ ਸੁਣਨ ਵਾਲੇ ਵੀ ਬੜੇ ਗੌਰ ਨਾਲ ਸੁਣਨ। ਪੰਜਾਬ, ਮੈਨੂੰ ਇਹ ਦੱਸੋ ਭੱਟੀ ਸਾਹਿਬ, ਜਦੋਂ ਕੋਈ ਕੰਮ ਸ਼ੁਰੂ ਕਰਨਾ ਹੋਵੇ ਤੇ ਉਹਦਾ ਮੁੱਢ ਫੜੀਦਾ, ਉੱਥੋਂ ਸ਼ੁਰੂ ਕਰੀਦਾ ਕਿ ਪਾਂਦਾਂ ਨੂੰ ਸ਼ੁਰੂ ਹੋ ਜਾਈਦਾ? ਇਹ ਹੁਣ ਤੁਸੀਂ ਮੈਨੂੰ ਗੱਲ ਦੱਸਣੀ ਹੈ। ਪਹਿਲਾਂ ਮੁੱਢਾਂ ਚੋਂ ਫੜੀਦਾ, ਨੀਂਹ ਬੱਝਦੀ ਹੈ ਨਾ ਪਹਿਲਾਂ ਕਿਸੇ ਸ਼ਾਇਦ ਦੀ। ਦੇਖੋ ਨੀਂਹ ਬੰਨਣ ਬਹੁਤ ਆਸਾਨ ਹੈ। 75 ਵਰਿਆਂ ਤੋਂ ਪੰਜਾਬੀ ਜ਼ੁਬਾਨ ਜਿਹੜੀ ਹੈ ਸਿਰਫ ਇੱਕੋ ਸੂਬਾ ਹੈ ਜਿਹਦੇ ਵਿੱਚ ਉਹਦੀ ਮਾਦਰੀ ਜ਼ੁਬਾਨ ਨਹੀਂ ਪੜਾਈ ਜਾਂਦੀ ਸਕੂਲਾਂ 'ਚ। ਪਸ਼ਤੋ, ਸਿੰਧੀ, ਬਲੋਚੀ ਸਭ ਜਗ੍ਹਾ ਤੇ ਪੜਾਈ ਜਾਂਦੀ ਹੈ। ਔਰ ਉਹਦੇ ਵਾਸਤੇ ਇੱਕ ਨੋਟੀਫਿਕੇਸ਼ਨ ਚਾਹੀਦਾ ਹੈ। 18ਵੇਂ ਗ੍ਰੇਡ ਦਾ ਇੱਕ ਬਾਬੂ ਵਿੱਚ ਇਹਨੇ ਦਸਤਖਤ ਕਰਨੇ ਨੇ। ਕੋਈ ਕਿਸੇ ਲੀਗਲਾਈਜੇਸ਼ਨ ਦੀ, ਕਿਸੇ ਕਾਨੂੰਨ ਦੀ, ਤੁਸੀਂ ਇੱਕ ਬਿੱਲ ਪਾਸ ਹੋਇਆ ਉਹ ਸਟੈਂਡਰਡ ਕਮੇਟੀ ਭੇਜ ਦਿੱਤਾ ਹੈ, ਉੱਥੇ ਉਹ ਸਿਟਿੰਗ ਦੇ ਵਿੱਚ ਲੱਗ ਗਿਆ ਹੈ, ਕਿਸੇ ਸ਼ਾਇਦ ਦੀ ਲੋੜ ਨਹੀਂ। ਤੁਸੀਂ ਕੱਲ ਨੋਟੀਫਿਕੇਸ਼ਨ ਆ ਕੇ ਜਾਰੀ ਕਰੋ, ਅਸੀਂ ਵੀ ਸਮਝੀਏ ਕਿ ਬਿਸਮਿਲ੍ਲਾ ਭਾਈ ਸਾਡੀ ਕਿਸੇ ਸੁਣ ਲਈ ਹੈ, ਸਾਡੇ ਭਾਗ ਜਾਗ ਪਏ ਨੇ ਪੰਜਾਬ ਦੇ। ਨੋਟੀਫਿਕੇਸ਼ਨ ਜਾਰੀ ਕਰੋ ਕਿ ਸਾਰੇ ਸਕੂਲਾਂ ਦੇ ਵਿੱਚ ਅਗਲੇ ਸਾਲ ਤੋਂ ਪੰਜਾਬੀ ਨੂੰ ਇੱਕ ਮਜ਼ਮੂਨ ਦੇ ਤੌਰ ਤੇ, ਕਮ ਅਜ਼ ਕਮ ਇੱਕ ਮਜ਼ਮੂਨ ਦੇ ਤੌਰ ਤੇ ਉਰਦੂ ਦੇ ਨਾਲ ਜ਼ਰੂਰ ਪੜਾਇਆ ਜਾਏਗਾ। ਨੰਬਰ 1। ਨੰਬਰ 2, ਤੁਹਾਨੂੰ ਵੀ ਭੱਟੀ ਸਾਹਿਬ ਪਤਾ ਹੈ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਬੱਚਾ ਪੰਜਾਬੀ ਬੋਲੇ ਉਹਨੂੰ ਬਾਕਾਇਦਾ ਜਿਹੜਾ ਹੈ, ਸਾਡੇ ਕੋਲ ਬੱਚਿਆਂ ਨੇ ਆ ਕੇ ਸ਼ਿਕਾਇਤ ਕੀਤੀ, ਇਹਦੀ ਤਹਿਕੀਕ ਹੋਣੀ ਚਾਹੀਦੀ, ਸਾਨੂੰ ਨਹੀਂ ਪਤਾ ਤੇ ਲੇਕਿਨ ਬੱਚੇ ਸ਼ਿਕਾਇਤ ਕਰਦੇ ਨੇ ਕਿ ਸਜ਼ਾ ਦਿੱਤੀ ਜਾਂਦੀ ਹੈ, ਮਨਾ ਕੀਤਾ ਜਾਂਦਾ ਹੈ। ਇੱਕ ਨੋਟੀਫਿਕੇਸ਼ਨ ਜਾਰੀ ਕਰੋ ਕਿ ਕੋਈ ਸਕੂਲ ਜਿਹੜਾ ਹੈ ਖਬਰਦਾਰ ਬੱਚੇ ਨੂੰ ਪੰਜਾਬੀ ਬੋਲਣ ਤੇ ਮਨਾ ਨਹੀਂ ਕਰੇਗਾ। ਮੰਦੀ ਗੱਲ ਉਹ ਉਰਦੂ 'ਚ ਵੀ ਕਰੇ ਤੇ ਉਹਨੂੰ ਮਨਾ ਕਰੋ, ਮੰਦੀ ਅੰਗਰੇਜ਼ੀ 'ਚ ਵੀ ਕਰੇ ਤੇ ਮਨਾ ਕਰੋ, ਲੇਕਿਨ ਉਹਦੀ ਜ਼ੁਬਾਨ ਬੋਲਣ ਤੇ ਉਹਨੂੰ ਜਿਹੜਾ ਹੈ ਉਹ ਤੁਸੀਂ ਮਨਾ ਨਾ ਕਰੋ। ਫਿਰ ਗੱਲ ਇਹ ਵੇ ਕਿ ਅਗਲਾ ਕੰਮ ਹੈ ਜਿਹਦੇ ਵਾਸਤੇ ਤੁਹਾਨੂੰ ਕਿਸੇ ਸੂਬੇ ਨਾਲ ਭੇੜ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਤਿਉਹਾਰ ਸਰਕਾਰੀ ਸਤਹ ਤੇ ਮਨਾਓ। ਅਸੀਂ ਕਿੰਨੀ ਦੇਰ ਦੇ ਕਹਿ ਰਹੇ ਹਾਂ, ਤੁਸੀਂ ਵਿਸਾਖੀ ਮਨਾਓ, ਤੁਸੀਂ ਪੰਜਾਬ ਕਲਚਰ ਡੇ ਮਨਾਓ। ਫਿਰ ਉਸ ਤੋਂ ਅਗਲੀ ਗੱਲ ਇਹ ਵੇ ਕਿ ਸਾਡੇ ਹੀਰੋ ਜਿਹੜੇ ਨੇ ਭੱਟੀ ਸਾਹਿਬ, ਤੁਸੀਂ ਉਸੇ ਇਲਾਕੇ ਦੇ ਰਹਿਣ ਵਾਲੇ ਹੋ, ਉਹਨਾਂ ਨੂੰ ਮਾਣ ਕਿੰਨੇ ਦੇਣਾ? ਉਹ ਕਿਉਂ ਗਾਇਬ ਨੇ ਸਾਡੀ ਤਾਰੀਖ ਦੇ ਵਿੱਚੋਂ? ਇਹਦੇ ਵਾਸਤੇ ਸਾਨੂੰ ਕਿਹੜਾ ਸੂਬਾ ਮਨਾ ਪਿਆ ਕਰਦਾ ਹੈ ਕਿ ਅਸੀਂ ਰਾਏ ਅਹਿਮਦ ਖਾਨ ਖਰਲ ਦੀ ਗੱਲ ਨਹੀਂ ਕਰਨੀ, ਅਸੀਂ ਭਗਤ ਸਿੰਘ ਦੀ ਗੱਲ ਨਹੀਂ ਕਰਨੀ, ਅਸੀਂ ਰਾਜੇ ਰਣਜੀਤ ਸਿੰਘ ਦਾ ਮੁਜੱਸਮਾ ਨਹੀਂ ਬਚਾ ਸਕੇ? ਇਹਦੇ ਤੇ ਮੈਂ ਸਮਝਦਾ ਤੁਸੀਂ ਵੀ ਥੋੜੀ ਜਿਹੀ ਗੱਲ ਭੱਟੀ ਸਾਹਿਬ ਤੋਰੋ ਕਿ ਇਹ ਕੰਮ ਤੇ ਬੜੇ ਆਰਾਮ ਨਾਲ ਕਰਨ ਵਾਲੇ ਨੇ। ਫਿਰ ਅਸੀਂ ਮੰਨੀਏ ਨਾ ਕਿ ਵਾਹ ਬਈ ਵਾਹ, ਸਾਡੇ ਨਾਲ ਤੇ ਬੜਾ ਚੰਗਾ ਹੋਣ ਲੱਗਾ। ਦੇਖੋ ਜੀ ਗੱਲ ਇਹ ਮੈਂ ਵੀ ਮੁਸਤਨਸਰ ਸਾਹਿਬ ਤੁਸੀਂ ਮੁਸਤਨਸਰ ਸਾਹਿਬ ਗੱਲ ਕਰੋ ਤੁਸੀਂ ਜੀ। ਥੈਂਕ ਯੂ ਜੀ। ਮੈਂ ਵੀ ਬਿਲਕੁਲ ਤੁਹਾਡੀ ਜਿਹੜੀ ਸੋਚ ਹੈ ਇਹੋ ਹੀ ਗੱਲ ਮੈਂ ਕਰਨ ਲੱਗਾ ਸਾਂ ਵੀ ਜਿਹੜੇ ਸਭ ਤੋਂ ਪਹਿਲੇ ਜਿਹੜੇ ਨੇ, ਜੇ ਅਗਰ ਪੰਜਾਬੀਅਤ ਜਾਗੀ ਹੈ ਉਹ ਮੁੰਡ ਫੜੋ, ਪਾਂਦ ਨਾ ਫੜੋ। ਪਾਂਦ ਵੀ ਨਹੀਂ ਫੜਦੇ, ਇਹ ਹਵਾ 'ਚ ਹੱਥ ਮਾਰਦੇ ਨੇ। ਤੇ ਮੁੰਡ ਤੇ ਸਾਡੀ ਪਹਿਲੀ ਬੇਸਿਕ ਚੀਜ਼ ਹੈ ਕਿ ਸਾਡੀ ਪੰਜਾਬੀ ਜ਼ਬਾਨ, ਪੰਜਾਬੀ ਜ਼ਬਾਨ ਇੱਕ ਮੁਕੰਮਲ ਜ਼ਬਾਨ ਹੈ, ਦੁਨੀਆ ਦੀ 8ਵੀਂ 9ਵੀਂ ਵੱਡੀ ਜ਼ਬਾਨ ਹੈ ਜਿਹਦੇ ਵਿੱਚ ਅਸੀਂ ਤਾਲੀਮ ਹਾਸਲ ਨਹੀਂ ਕਰ ਸਕਦੇ। ਸਕੂਲਾਂ ਵਿੱਚ, ਸਰਕਾਰੀ ਸਕੂਲਾਂ 'ਚ ਬਕਾਇਦਾ ਪਾਬੰਦੀ ਹੈ। ਤੁਸੀਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਹੋ ਕਿ ਬੋਲਣਾ ਵੀ ਪਾਬੰਦੀ ਹੈ। ਪ੍ਰਾਈਵੇਟ ਇਦਾਰੇ ਜਿਹੜੇ ਨੇ ਵੀ ਇਹ ਕਰਨਾ ਵੀ ਸਾਡੇ ਵਾਸਤੇ ਤੇ ਬੜੀ ਵੱਡੀ ਗਾਲ ਹੈ ਕਿ ਅਸੀਂ ਆਪਣੇ ਸਕੂਲਾਂ ਵਿੱਚ ਸਾਡੇ ਬੱਚੇ, ਮੇਰੇ ਦੋਸਤ ਨੇ ਦਰਸਾਈ ਸਾਹਿਬ ਇੱਥੋਂ ਬੱਚਾ ਲੈ ਗਏ ਨੇ ਮੂੰਗਵਾਲ, ਉਹਨਾਂ ਪ੍ਰਾਈਵੇਟ ਸਕੂਲ 'ਚ ਦਾਖਲ ਕਰਾਇਆ। ਉਹ ਆਖਦੇ ਨੇ ਕਿ ਉਹਨਾਂ
ਯਾਨੀ ਕਿ ਪੰਜਾਬੀ ਤੇ ਯਾਨੀ ਕਿ ਇੰਨੀ ਪੰਜਾਬ ਦੇ ਵਿੱਚ ਪੰਜਾਬੀ ਨਾਲ ਇੰਨੀ ਦੁਸ਼ਮਣੀ, ਇਹ ਦਾਖਲੀ ਮਾਮਲਾਤ ਤੇ ਸਿੱਧੇ ਕਰੋ। ਦੂਸਰੀ ਜਿਹੜੀ ਚੀਜ਼ ਹੈ, ਮੈਂ ਜਿਹੜੀ ਆਖਣਾ ਵੀ ਪੰਜਾਬੀਆਂ ਦਾ ਤਫਜ਼, ਪੰਜਾਬੀਆਂ ਦੀ ਜ਼ਮੀਨ ਦਾ ਤਫਜ਼ ਕਰੋ। ਵੀ ਤੁਸੀਂ ਸਾਰੀ ਜ਼ਮੀਨ ਜਿਹੜੀ ਹੈ ਕਾਰਪੋਰੇਟਸ ਨੂੰ ਦੇ ਰਹੇ ਹੋ, ਤੁਹਾਡੇ ਵਾਸਤੇ ਪਿੱਛ ਕੌਣ ਰਿਹਾ ਇਸ ਮੁਲਕ ਵਾਸਤੇ, ਇਸ ਪੰਜਾਬ ਵਾਸਤੇ ਕੁਰਬਾਨੀ ਕੌਣ ਦੇ ਰਿਹਾ? ਕਿਸਾਨ ਦੇ ਰਿਹਾ। ਕਿਸਾਨ ਦੇ ਬੱਚੇ ਜ਼ਮੀਨ ਮੁੱਕਦੀ ਹੈ ਸਊਦੀ ਅਰਬ, ਦੁਬਈ, ਅੱਗੇ ਬਾਹਰ ਭੇਜ ਦਿੰਦੇ ਨੇ। ਇਹ ਜ਼ਮੀਨਾਂ ਤੁਸੀਂ ਇਹਨਾਂ ਨੂੰ ਵੀ ਅਲਾਟ ਕਰ ਦਿਓ। ਜਿਹੜੇ ਅਰਬ ਕੰਟਰੀਜ਼ ਚ ਆਉਂਦੇ ਨੇ, ਇਹ ਤਾਂ ਵਿਚਾਰੇ ਕੋਲ ਇੱਕ ਕੁੱਲਾ ਬਣਾ ਕੇ ਪੂਰੀ ਉਮਰ ਬੱਚੇ ਪਾਲ ਕੇ ਤੇ ਆਉਂਦੇ ਨੇ ਹੀਰ ਤੇ ਆ ਕੇ। ਮੈਂ ਵੇਖਿਆ ਇੱਕ ਬੰਦਿਆਂ ਕੋਲ ਇਲਾਜ ਜੋਗੇ ਪੈਸੇ ਨਹੀਂ ਹੁੰਦੇ। ਇਹ ਤਫਜ਼ ਪੰਜਾਬ ਵਿੱਚ ਜਿਹੜਾ ਵੇ ਇਹ ਕਿਸ ਨੇ ਦੇਣਾ? ਇਹ ਹਾਲੀ ਜਿਹੜਾ ਕਿ ਸਾਨੂੰ ਜਿਹੜਾ ਕਿ ਜਿਸ ਤਰ੍ਹਾਂ ਅਸੀਂ ਉਹ ਕੀ ਉਹਨੂੰ ਲੋਲੀਪੌਪ ਆਖਦੇ ਹੋ, ਸਾਨੂੰ ਲੋਲੀਪੌਪ ਨਾ ਦੇਣ, ਸਾਨੂੰ ਭੱਟੀ ਸਾਡੇ ਸਾਹਿਬ ਮੈਂ ਰਾਈਟਸ ਦੇਣ ਜੀ। ਸਾਨੂੰ ਸਾਡੇ ਜਿਹੜੇ ਭੱਟੀ ਸਾਹਿਬ, ਸਾਡੇ ਰਾਈਟਸ ਕੋਲ ਇੱਥੇ ਪੰਜਾਬ ਦੇ ਦਿਲ ਦੇ ਵਿੱਚ ਇੱਕ ਜਗ੍ਹਾ ਹੈ ਸ਼ਾਦਮਾਨ ਚੌਕ, ਉਹਨੂੰ ਅੱਜ ਕੱਲ੍ਹ ਆਖਦੇ ਨੇ। ਉੱਥੇ ਸਾਡੇ ਪੰਜਾਬ ਦਾ ਸੂਰਮਾ, ਜਿਹਨੇ ਸਾਰੀ ਦੁਨੀਆ ਦੇ ਵਿੱਚ ਵਿਖਾਇਆ ਕਿ ਕਿਸ ਤਰੀਕੇ ਦੇ ਨਾਲ ਸਾਮਰਾਜ ਦੇ ਨਾਲ ਲੜੀਦਾ, ਕਬਜ਼ਾਗੀਰਾਂ ਦਾ ਮੁਕਾਬਲਾ ਕਿਵੇਂ ਕਰੀਦਾ, ਉਹਨੂੰ ਉੱਥੇ ਫਾਂਸੀ ਦਿੱਤੀ ਗਈ। ਔਰ ਪੰਜਾਬ ਗਵਰਨਮੈਂਟ ਨੇ ਐਲਾਨ ਕੀਤਾ ਕਿ ਅਸੀਂ ਇਸ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣਾ ਹੈ। ਹੁਣ ਕੁਝ ਬੰਦੇ ਅੱਗੋਂ ਪਿੱਛੋਂ ਲੈ ਕੇ ਉਹ ਕਤਬੇ ਜੇ ਚੁੱਕ ਕੇ ਤੇ ਗੱਤੇ ਆ ਗਏ। ਭਾਈ ਡਰ ਕਿਸ ਗੱਲ ਦਾ ਹੈ? ਕਿਆ ਉਹਨੇ ਕੋਈ ਭਗਤ ਸਿੰਘ ਨੇ ਕੋਈ ਸਾਡੇ ਕਿਸੇ ਮਤਲਬ ਇਹ ਕਿ ਮਸਲਕ ਦੇ ਖਿਲਾਫ ਜਾਂ ਸਾਡੇ ਯਾਨੀ ਕਿ ਜਿਹੜੇ ਅਕਾਇਦ ਨੇ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਸੀ? ਉਹ ਤੇ ਪੰਜਾਬ ਦਾ ਪੁੱਤਰ ਸੀ, ਉਹਨੇ ਤੇ ਇਥੋਂ ਹਿਲਾ ਕੇ ਰੱਖ ਦਿੱਤਾ ਜਿਹੜੀ ਉਸ ਵੇਲੇ ਦੀ ਸਾਮਰਾਜੀ ਔਰ ਦੁਨੀਆ ਦੀ ਬਹੁਤ ਵੱਡੀ ਤਾਕਤ ਸੀ। ਉਹ ਲਾਹੌਰ ਦਾ ਬੇਟਾ ਏ, ਉਹ ਪੰਜਾਬ ਦਾ, ਕਿਉਂ ਉਹਨੂੰ ਮਾਣ ਨਹੀਂ ਦੇਣਾ? ਕਿਸ ਗੱਲ ਦਾ ਡਰ ਹੈ? ਜੇ ਪੰਜਾਬੀਅਤ ਜਾਗੀ ਹੈ ਤੇ ਫਿਰ ਵਿਖਾਓ ਨਾ, ਹਿੰਮਤ ਕਰੋ। ਫਿਰ ਕੱਲ ਦੱਸੋ ਕਿ ਅੱਜ ਤੋਂ ਬਾਅਦ ਇਹ ਸ਼ਾਦਮਾਨ ਚੌਕ ਜਿਹੜਾ ਇਹਦਾ ਨਾਮ ਭਗਤ ਸਿੰਘ ਚੌਕ ਹੋਵੇਗਾ। ਇਹ ਤੇ ਆਪ ਨਹੀਂ ਪੰਜਾਬੀ ਬੋਲਦੀ ਮੋਹਤਰਮਾ, ਇਹ ਨਹੀਂ ਦੇ ਦੇ ਮੁਸਤਫਾ ਸਾਹਿਬ ਪੰਜਾਬੀ ਬੋਲਦਾ। ਉਮੀਦ ਰੱਖੀਏ ਨਾ, ਮੈਂ ਨਾ ਦੋ ਗੱਲਾਂ ਕਰਨਾ ਚਾਹੁੰਦਾ। ਪੰਜਾਬੀ ਤੋਂ ਹੁਣ ਸਾਡੇ ਬੱਚਿਆਂ ਨੂੰ ਵੀ ਜਿਹੜੇ ਨੇ ਅਕਸਰ ਮਿਡਲ ਕਲਾਸ ਦੇ ਬੱਚੇ ਨਹੀਂ ਬੋਲਦੇ। ਮੈਂ ਦੋ ਗੱਲਾਂ ਅਰਜ਼ ਕਰਨਾ ਚਾਹੁੰਦਾ। ਇੱਕ ਮੇਰੀ ਗੱਲ ਜੀ ਭੱਟੀ ਸਾਹਿਬ ਕਰਨਾ ਚਾਹੁੰਦਾ ਤੇ ਇਹ ਵੀ ਗੱਲ ਕਰਨਾ। ਪਹਿਲੀ ਗੱਲ ਇਹ ਹੈ ਕਿ ਸਾਡੇ ਕੋਲ ਕੋਈ ਇੱਕ ਮਸਲਾ ਮਸੈਲ ਨਹੀਂ ਹੈਗਾ। ਇਹ ਜਿਹੜਾ ਭਗਤ ਸਿੰਘ ਚੌਕ ਔਰ ਭਗਤ ਸਿੰਘ ਦਾ ਮਾਮਲਾ ਹੈਗਾ, ਐਡਾ ਅਜ਼ੀਮ ਪੰਜਾਬੀ, ਉਹਨੂੰ ਅੱਜ ਤੱਕ ਮਾਣ ਨਹੀਂ ਮਿਲ ਸਕਿਆ। ਬਲਕਿ ਸੱਚੀ ਗੱਲ ਇਹ ਹੈ ਕਿ ਉਹ ਹੁਣ ਚੜ੍ਹਦੇ ਪੰਜਾਬ ਦਾ ਹੀਰੋ ਤੇ ਮੰਨਿਆ ਜਾਂਦਾ ਹੈ। ਉੱਥੇ ਉਹਨਾਂ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਤਸਵੀਰ ਵੀ ਲੱਗੀ ਹੈ ਭਗਤ ਸਿੰਘ ਦੀ, ਸਾਡੇ ਕੋਲ ਕੋਈ ਨਹੀਂ ਲੱਗੀ। ਚਲੋ ਤਸਵੀਰ ਨੂੰ ਛੱਡ ਦਿਓ। ਇੱਥੇ ਜੇ ਭਗਤ ਸਿੰਘ ਦੀ ਗੱਲ ਕਰੀਏ, ਉਹ ਸਿੰਘ ਹੋਣ ਦੀ ਵਜ੍ਹਾ ਤੋਂ ਮੌਲਵੀ ਜਿਹੜੇ ਨੇ, ਉਹ ਦੱਸੋ ਇਹ ਗਵਰਨਮੈਂਟ 4 ਮੌਲਵੀਆਂ ਨੂੰ ਦੀ ਗੱਲ ਸੁਣ ਕੇ ਤੇ ਉੱਥੇ ਤੁਹਾਨੂੰ ਪਤਾ ਹੈ ਨਾ, ਜਦੋਂ ਵੀ ਇਹ ਮਾਮਲਾ ਸ਼ੁਰੂ ਹੋਇਆ ਹੈ ਉੱਥੇ ਉਹ ਸ਼ੁਰੂ ਹੋ ਜਾਂਦੇ ਨੇ। ਇਹ ਕਹਿੰਦੇ ਨੇ ਕਿ ਨਹੀਂ ਜੀ ਉਹ ਫਸਾਦ ਨਾ ਹੋ ਜਾਵੇ, ਫਿਰ ਪਿੱਛਾ ਮੁੜ ਕੇ ਬਹਿ ਜਾਂਦੇ ਨੇ। ਸੋ ਇਹਨਾਂ ਨੂੰ ਕਿਤੇ ਨਾ ਕਿਤੇ ਬੋਲਡ ਸਟੈਪ ਲੈਣਾ ਪੈਂਦਾ ਹੈ, ਲੈਣਾ ਚਾਹੀਦਾ ਹੈ, ਤੇ ਲੈਣ ਤੋਂ ਇਹ ਆਪਣਾ ਕਿਤੇ ਨਾ ਕਿਤੇ ਬੋਲਡ ਸਟੈਪ ਇਹਨਾਂ ਨੇ ਲੈਣਾ ਪੈਣਾ ਹੈ। ਲੇਕਿਨ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਸੀ, ਗੱਲ ਜਿੱਥੋਂ ਅਸੀਂ ਸ਼ੁਰੂ ਕੀਤੀ ਸੀ, ਉਹ ਸੀ ਕਿ ਮਰੀਮ ਸਾਹਿਬਾ ਦੀ ਅਚਾਨਕ ਜਿਹੜੀ ਇਹ ਇੰਜ ਦੀਆਂ ਗੱਲਾਂ ਕਰਨ ਦੀ ਵਜ੍ਹਾ ਕੀ ਹੈਗੀ ਏ, ਉਹਦੇ ਤਰਫ ਇੱਕ ਛੋਟਾ ਜਿਹਾ ਇਸ਼ਾਰਾ ਕੀਤਾ ਮੁਸਤਨਸਰ ਸਾਹਿਬ ਨੇ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਕਾਰਪੋਰੇਸ਼ਨਾਂ ਨੂੰ ਦੇ ਕੇ ਤੇ ਆਪਣਾ ਆਬਾਦ ਕਰਵਾ ਕੇ ਕਾਰਪੋਰੇਟ ਫਾਰਮਿੰਗ ਵਾਲੇ ਪਾਸੇ ਲਿਜਾਣ ਦੀ ਵਜ੍ਹਾ ਤੋਂ ਜਿਹੜਾ ਕਿਸਾਨ ਹੈ ਉਹ ਪਿਸਦਾ ਜਾ ਰਿਹਾ, ਕਿਸਾਨਾਂ ਨੂੰ ਅਲਾਟ ਨਹੀਂ ਕੀਤੀਆਂ ਜਾਂਦੀਆਂ। ਸੋ ਮੈਨੂੰ ਇੰਜ ਲੱਗਦਾ ਹੈਗਾ ਕਿ ਇਹ ਸਾਰੇ ਦੀ ਸਾਰੀ ਗੱਲ ਜਿਹੜੀ ਕਰਨ ਦੇ ਪਿੱਛੇ ਜਿਹੜੀ ਚੂਲਿਸਤਾਨ ਵਾਲੀ ਨਹਿਰ ਕੱਢਣ ਦਾ ਮਾਮਲਾ ਹੈਗਾ, ਇਹ ਕਿਤੇ ਉਹ ਹੀ ਤਾਂ ਨਹੀਂ, ਕਿਤੇ ਉਹਦੀ ਵਜ੍ਹਾ ਮੈਂ ਭੱਟੀ ਸਾਹਿਬ ਗੱਲ ਕਰਾਂ, ਦੱਬ ਗਈ ਅੱਪੜ ਗਏ ਭੱਟੀ ਸਾਹਿਬ। ਅੱਛਾ ਮੈਂ ਕਰਾਂ ਗੱਲ ਭੱਟੀ ਸਾਹਿਬ ਉਹਨੇ ਸ਼ੁਰੂ। ਦੇਖੋ ਇਹ ਨਾ ਹੋਣਾ ਤੇ ਨਾ ਕਿਸੇ ਹੋਣ ਦੇਣਾ, ਤੇ ਨਾ ਇਹ ਪੰਜਾਬੀਅਤ ਦੇ ਨਾਂ ਤੇ ਕਿਸੇ ਹੋਣ ਦੇਣਾ। ਇਹ ਪੰਜਾਬੀਅਤ ਦਾ ਨਾਂ ਲੈ ਕੇ ਦੇਖੋ, ਤੁਸੀਂ ਨਾਲ ਹੀ ਸਲਾਬ ਆਏ ਹੈ, ਬੰਦੇ ਰੁੜੇ ਪਏ ਨੇ, ਹਾਲੀ ਉਹਨਾਂ ਦੀ ਮਦਦ ਦੀ ਗੱਲ ਹੋ ਰਹੀ ਹੈ, ਤੇ ਨਾਲ ਹੀ ਤੁਸੀਂ ਨਹਿਰਾਂ ਵਾਲਾ, ਨਹਿਰਾਂ ਕਿੱਥੋਂ ਆ ਗਿਆ ਮੌਜੂਦ, ਕੀ ਕਿੱਸਾ ਆ ਗਿਆ? ਤੇ ਫਿਰ ਨਹਿਰਾਂ ਦਾ ਮਾਮਲਾ ਜਿਹੜਾ ਏ, ਇਸ ਮਾਮਲੇ ਤੇ ਤੁਸੀਂ ਕਹਿੰਦੇ ਹੋ ਜੀ ਇਹ ਪੰਜਾਬ ਦੇ ਉੱਤੇ ਕਿਸੇ ਨੇ ਇਤਰਾਜ਼ ਕਰ ਦਿੱਤਾ ਹੈ। ਭਾਈ ਇਹ ਇੱਕ ਜਿਹੜੇ ਮੁਲਕੀ ਲੈਵਲ ਦੇ, ਕੌਮੀ ਲੈਵਲ ਦੇ ਪ੍ਰੋਜੈਕਟਸ ਹੁੰਦੇ ਨੇ, ਇਹ ਕਿਸੇ ਜਗ੍ਹਾ ਤੇ ਬੰਦਰਗਾਹ ਬਣਨੀ ਹੈ, ਕਿਧਰੇ ਡੈਮ ਬਣਨਾ ਹੈ, ਇਹ ਕੌਮੀ ਲੈਵਲ ਦੇ ਪ੍ਰੋਜੈਕਟਸ ਨੇ। ਇਹਨਾਂ ਤੇ ਪੂਰੀ ਇਕਾਈਆਂ ਨੂੰ, ਸਾਰੇ ਸੂਬਿਆਂ ਨੂੰ ਇਤਮਾਦ ਦੇ ਵਿੱਚ ਲੈਣਾ ਪੈਂਦਾ ਹੈ। ਨੰਬਰ 1 ਤੇ ਗੱਲ ਇਹ ਵੇ। ਨੰਬਰ 2, ਤੁਸੀਂ ਵੀ ਤੇ ਮੁਸਤਨਸਰ ਸਾਹਿਬ ਤੁਸੀਂ ਵੀ ਮੇਰੀ ਗੱਲ ਸੁਣਿਓ, ਇਹਦਾ ਜਵਾਬ ਕਿ ਇਹਨਾਂ ਨਹਿਰਾਂ ਨੂੰ ਨਿਕਲਣਾ ਚਾਹੀਦਾ ਕਿ ਨਹੀਂ, ਇਹਦਾ ਸਿੰਧੀਆਂ ਨੂੰ ਜਵਾਬ ਦੇਣ ਦੀ ਲੋੜ ਨਹੀਂ।
ਕਿ ਪਹਿਲਾਂ ਤੇ ਪੰਜਾਬੀ ਤੇ ਪੁੱਛਦੇ ਨੇ ਕਿ ਇਹਨਾਂ ਸਹਿਰਾਵਾਂ ਦੇ ਵਿੱਚ ਤੁਸੀਂ ਲਾ ਦਿਓ, ਰੇਤਾਂ ਨੂੰ ਪਾਣੀ ਲਾ ਦਿਓ, ਪਹਾੜਾਂ ਨੂੰ ਪਾਣੀ ਲਾ ਦਿਓ, ਪਾਣੀ ਆਉਣਾ ਕਿੱਥੋਂ ਏ? ਜੇ ਸਾਡੇ ਕੋਲ ਪਾਣੀ ਚਲੋ ਹੁਣ ਤੇ ਸਲਾਬ ਆ ਗਿਆ, ਵਰਨਾ ਤੇ ਸੋਕਾ ਹੁੰਦਾ ਹੈ, ਪਾਣੀ ਹੈ ਹੀ ਕੋਈ ਨਹੀਂ। ਜੇ ਪਾਣੀ ਲੱਭਦਾ, ਤੁਸੀਂ ਕਹਿੰਦੇ ਹੋ ਮੇਰਾ ਪਾਣੀ ਹੈ, ਮੇਰੀ ਰਕਮ ਹੈ, ਠੀਕ ਹੈ ਭਾਈ, ਨਹੀਂ ਤੁਹਾਡੀ ਨਹੀਂ ਜਨਾਬ। ਪੰਜਾਬ ਦੇ ਹਾਕਮਾਂ ਨੂੰ ਅਸੀਂ ਆਖਦੇ ਆਵਾਮ ਦੀ ਇਹ ਰਕਮ ਵੀ ਆਵਾਮ ਦੀ ਏ, ਪਾਣੀ ਵੀ ਆਵਾਮ ਦਾ ਹੈ, ਪੰਜਾਬ ਦੇ ਲੋਕਾਂ ਦਾ ਹੈ। ਤੇ ਇਹ ਪਾਣੀ ਕਿੱਥੇ ਦੱਸੋ ਤੇ ਸਹੀ, ਸਾਨੂੰ ਤੇ ਦੱਸੋ ਨਾ, ਸਿੰਧੀਆਂ ਨੂੰ ਦੱਸੋ ਉਹ ਨਹੀਂ ਚੰਗੇ, ਨਾ ਬਲੋਚਾਂ ਨੂੰ ਦੱਸੋ, ਸਾਨੂੰ ਤੇ ਦੱਸੋ ਇਹ ਪਾਣੀ ਕਿੱਥੋਂ ਆਉਣਾ ਹੈ ਜਿਹੜਾ ਉੱਥੇ ਰੇਤ ਵਿੱਚ ਲਾਣਾ ਜਾ ਕੇ। ਔਰ ਇਹ ਸਾਨੂੰ ਕਿਆ ਮਤਲਬ ਕੀ ਸਮਝਦੇ ਹੋ? ਪੰਜਾਬ ਦਾ ਤੇ ਬੱਚਾ ਹੁਣ ਜਾਣਦਾ ਏ ਇਹ ਕਿੰਨੇ ਠੇਕੇ ਲੈਣੇ ਨੇ, ਕਿੰਨੇ ਦੇਣੇ ਨੇ, ਕਿੰਨੇ ਮੁਨਾਫਾ ਕਮਾਣਾ ਹੈ, ਕਿਹਦਾ ਇਹ ਪ੍ਰੋਜੈਕਟ ਹੈ। ਇਹਦੇ ਵਿੱਚ ਪੰਜਾਬੀਅਤ ਦਾ ਨਾਮ ਲੈ ਕੇ ਇਸ ਪ੍ਰੋਜੈਕਟ ਨੇ ਅੱਗੇ ਕੋਈ ਨਹੀਂ ਚੱਲਣਾ। ਡੰਡੇ ਨਾਲ ਚਲਾਣਾ ਜਦੋਂ ਮਰਜ਼ੀ ਚਲਾ ਲਵੋ, ਲੇਕਿਨ ਪੰਜਾਬੀਅਤ ਦਾ ਨਾਂ ਇਹਦੇ ਚ ਨਾ ਲਵੋ। 75 ਸਾਲ ਨਹੀਂ ਕਿਸੇ ਨੂੰ ਯਾਦ ਆਇਆ ਕਿ ਪੰਜਾਬ ਹੈ, ਅੱਜ ਨਹਿਰ ਬਣਾਣੀ ਹੈ ਤੇ ਪੰਜਾਬ ਯਾਦ ਆ ਗਿਆ। ਯਾਦ ਆ ਗਿਆ। ਦੇਖੋ ਨਾ, ਸਾਡਾ ਜਿਹੜਾ ਇਜਤਮਾਈ ਅਕਲ ਹੈ ਉਹਦੇ ਤੇ ਕੀ ਮਾਤਮ ਹੀ ਕਰੀਏ ਕਿ ਅੱਗੇ ਗੱਲ ਬੜੀ ਕੀਤੀ ਜਾਂਦੀ ਹੈ। ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਜਿੰਨੇ ਵੱਡੇ ਸ਼ਹਿਰ ਨੇ ਉਹਨਾਂ ਸਾਰਿਆਂ ਦੇ ਸ਼ਹਿਰਾਂ ਦੇ ਆਲੇ ਦੁਆਲੇ ਹਾਊਸਿੰਗ ਸੁਸਾਇਟੀਆਂ ਬਣਾ ਕੇ ਇੰਨੀ ਜ਼ਰਖੇਜ਼ ਜ਼ਮੀਨਾਂ ਉਹਨਾਂ ਦੀ ਨਜ਼ਰ ਕਰ ਦਿੱਤੀ ਹੈ ਤੇ ਸਹਿਰਾਵਾਂ ਨੂੰ ਜਾ ਕੇ ਵਸਾਉਣਾ ਸ਼ੁਰੂ ਕਰ ਦਿੱਤਾ। ਕੈਸੀ ਗੱਲ ਹੈ, ਯਾਨੀ ਕਿ ਉੱਥੇ ਜਾ ਕੇ ਕੋਈ ਨਵਾਂ ਸ਼ਹਿਰ ਵਸਾਉਂਦੇ, ਉੱਥੇ ਜਾ ਕੇ ਕੋਈ ਆਪਣਾ ਇਹੋ ਜਿਹਾ ਸਿਲਸਿਲਾ ਕਰਦੇ ਕਿ ਲੋਕਾਂ ਦੀ ਆਬਾਦੀ ਦਾ ਰੁਖ ਉੱਧਰ ਨੂੰ ਹੁੰਦਾ। ਤੁਸੀਂ ਦੱਸੋ ਲਾਹੌਰ ਦੇ ਆਲੇ ਦੁਆਲੇ ਸਾਰੀਆਂ ਆਬਾਦੀਆਂ ਜਿਹੜੀਆਂ ਨੇ, ਇਹ ਜ਼ਮੀਨ ਕਿੱਦਾਂ ਦੀ ਸੀ? ਤੁਸੀਂ ਵੀ ਦੇਖੀਏ, ਮੈਂ ਵੀ ਦੇਖੀ ਹੈ। ਮੇਰੀ ਉਮਰ ਕੋਈ ਇੰਨੀ ਨਹੀਂ ਹੈਗੀ, ਲੇਕਿਨ ਉਸ ਦੇ ਬਾਵਜੂਦ ਵੀ ਮੈਂ ਦੇਖਿਆ ਹੈਗਾ ਕਿ ਜਦੋਂ ਤੁਸੀਂ ਰਾਵੀ ਪਾਰ ਕਰਦੇ ਸੀ ਤੇ ਇੱਥੇ ਲੀਚੀਆਂ ਦੇ ਆਪਣਾ ਤੇ ਅੰਬਾਂ ਦੇ ਬਾਗ ਹੁੰਦੇ ਸੀ, ਉੱਥੇ ਸਾਰੀਆਂ ਦੀਆਂ ਸਾਰੀਆਂ ਅੱਜ ਕੱਲ੍ਹ ਉਹ ਸੀਮੈਂਟ ਸਰੀਏ ਦੇ ਬਾਗ ਉੱਥੇ ਬਣ ਗਏ ਨੇ। ਸੋ ਅਰਜ਼ ਕਰਨ ਦਾ ਮਤਲਬ ਇਹ ਹੈਗਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਆਪਣੀ ਗਵਰਨੈਂਸ ਬਿਹਤਰ ਕਰੀਏ, ਜਿਹੜਾ ਵਾਟਰ ਮੈਨੇਜਮੈਂਟ ਹੈਗੀ ਹੈ ਸਾਡੀ, ਜਿਹੜੀ ਇਰੀਗੇਸ਼ਨ ਸਿਸਟਮ ਹੈਗਾ, ਉਹਨੂੰ ਪੂਰੇ ਜਹਾਨ ਤੇ ਹੁਣ ਡ੍ਰਿਪ ਇਰੀਗੇਸ਼ਨ ਜਿਹੜੀ ਉਹ ਹੋ ਰਹੀ ਹੈਗੀ ਹੈ। ਹਲੇ ਤੱਕ ਸਾਡੇ ਕੋਲ ਫਲੱਡ ਇਰੀਗੇਸ਼ਨ ਹੁੰਦੀ ਜਿਹਦੇ ਤੇ ਇੰਨਾ ਪਾਣੀ ਇਸਤੇਮਾਲ ਹੁੰਦਾ, ਬਜਾਏ ਇਸ ਤੇ ਕਿ ਅਸੀਂ ਕਿਸੇ ਜਦੀਦ ਟੈਕਨੋਲੋਜੀ ਵਾਲੇ ਪਾਸੇ ਜਾਵੀਏ ਜਾਂ ਇਹੋ ਜਿਹੀ ਕ੍ਰੌਪਿੰਗ ਕਰੀਏ ਜਿਹਨੂੰ ਬਹੁਤ ਥੋੜਾ ਪਾਣੀ ਚਾਹੀਦਾ ਹੁੰਦਾ ਹੈ, ਜਾਂ ਇਹੋ ਜਿਹੇ ਬੀਜ ਜਿਹੜੇ ਨੇ ਅਸੀਂ ਉਹ ਲੈ ਕੇ ਆਵੀਏ, ਉਹਨਾਂ ਤੇ ਤਹਿਕੀਕ ਕਰੀਏ ਕਿ ਜਿਨ੍ਹਾਂ ਨੂੰ ਥੋੜੇ ਪਾਣੀ ਨਾਲ ਵੀ ਕੰਮ ਚੱਲ ਜਾਂਦਾ ਹੈ। ਇਹ ਕੰਮ ਕਰਨ ਦੀ ਬਜਾਏ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਨਵੀਂ ਨਹਿਰ ਕੱਢ ਕੇ ਤੇ ਅਸੀਂ ਸਹਿਰਾ ਨੂੰ ਸੈਰਾਬ ਕਰੀਏ। ਭੱਟੀ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਮੁੱਤਫਿਕ ਹਾਂ। ਦੇਖੋ, ਸਾਨੂੰ ਅਸੀਂ ਪੰਜਾਬ ਦੇ ਜਿਹੜੇ ਇਸ ਵਕਤ ਵਜ਼ੀਰ ਆਲਾ ਸਾਹਿਬਾਨ ਨੇ, ਮੈਂ ਜ਼ਾਤੀ ਤੌਰ ਤੇ ਔਰ ਅਸੀਂ ਉਹਨਾਂ ਨੂੰ ਬੜੀ ਉਮੀਦ ਦੀ ਨਜ਼ਰ ਨਾਲ ਵੇਖਦੇ ਆ। ਪਿਛਲੇ ਦਿਨਾਂ ਚੋਂ ਚੀਨ ਵੀ ਗਏ ਸਨ, ਤੁਹਾਨੂੰ ਪਤਾ ਹੈ। ਤੁਹਾਡੇ ਮੁਲਕ ਦੇ ਵਿੱਚ ਜ਼ਰਾਅਤ ਨੇ ਇੱਕ ਐਸੀ ਇਨਕਲਾਬੀ ਤਰੱਕੀ ਕੀਤੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਕਿ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਸੀਂ ਚਾਹੁੰਦੇ ਆ, ਸਾਨੂੰ ਤੇ ਦੇਖੋ, ਅਸੀਂ ਤੇ ਬਤੌਰੇ ਇਸ ਪੰਜਾਬ ਦੇ ਜੰਮਪਲ, ਅਸੀਂ ਤੇ ਖੁਦਾ ਦਾ ਸ਼ੁਕਰ ਨਾ ਅਦਾ ਕਰੀਏ ਕਿ ਸਾਡੇ ਪੰਜਾਬ ਦੀ ਕੋਈ ਗੱਲ ਕਰੇ, ਪਰ ਗੱਲ ਕਰੇ ਪੰਜਾਬ ਦੇ ਕਿਸਾਨਾਂ ਦੀ, ਉਹਨਾਂ ਦੀ ਹਾਲਤ ਬਿਹਤਰ ਬਣਾਉਣ ਦੀ, ਪੰਜਾਬ ਦੇ ਮਜ਼ਦੂਰਾਂ ਦੀ, ਉਹਨਾਂ ਦੀ ਹਾਲਤ ਬਿਹਤਰ ਬਣਾਉਣ ਦੀ, ਪੰਜਾਬ ਦਾ ਜਿਹੜਾ ਮਤਲਬ ਹੈ ਕਿ ਮਿਡਲ ਕਲਾਸ ਹੈ, ਕੋਈ ਉਹਨਾਂ ਨੂੰ ਰੋਜ਼ਗਾਰ ਨੌਕਰੀਆਂ ਦੇਣ ਦੀ। ਤੇ ਜਿਹੜੇ ਸਰਮਾਇਆਦਾਰ ਜਗੀਰਦਾਰ ਨੇ ਉਹ ਤੇ ਅੱਗੇ ਸੁੱਖ ਵਸਦੇ ਨੇ, ਤੇ ਬਾਹਰ ਕਾਰਪੋਰੇਟ ਲੋਕ ਨੇ, ਉਹਨਾਂ ਨੇ ਹੋਰ ਅਮੀਰ ਹੋਣਾ ਹੈ, ਤੇ ਉਹਦੇ ਨਾਲ ਸਾਨੂੰ ਤੇ ਕੋਈ ਫਾਇਦਾ ਨਹੀਂ। ਲੇਕਿਨ ਮੈਂ ਸਮਝਦਾ ਕਿ ਮਰੀਮ ਸਾਹਿਬਾ ਦੀ ਸੋਚ ਦੇ ਵਿੱਚ ਇੱਕ ਜਦੀਦੀਅਤ ਹੈ, ਉਹ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਨੇ। ਔਰ ਅਗਰ ਪੰਜਾਬ ਤੇ ਪੰਜਾਬੀਅਤ ਨੂੰ ਜਿਹੜਾ ਹੈ ਉਹ ਮਾਣ ਦੇਣਾ ਹੈ ਤੇ ਸਭ ਨੂੰ ਪਹਿਲਾਂ ਤੁਸੀਂ ਪੰਜਾਬੀ ਵਸਿਓ, ਰਹਿਤਲ, ਕਲਚਰ। ਦੇਖੋ, ਅਸੀਂ ਸਿੰਧ ਦੀ ਗੱਲ ਕਰਨੇ ਆ ਭੱਟੀ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਮੈਂ ਕੋਈ ਕਸਰ ਛੱਡੀ ਹੈ ਸਿੰਧੀਆਂ ਨੇ ਆਪਣੇ ਕਲਚਰ ਨੂੰ ਆਪਣੇ ਸੀਨੇ ਨਾਲ ਲਾਉਣ ਦੀ? ਲੋਕਾਂ ਇਤਰਾਜ਼ ਕੀਤਾ, ਉਹਨਾਂ ਕੋਈ ਪਰਵਾਹ ਨਹੀਂ ਕੀਤੀ। ਜੀ ਹਾਂ, ਇਸੇ ਤਰੀਕੇ ਦੇ ਨਾਲ ਕੇਪੀ ਤੁਸੀਂ ਦੇਖ ਲਵੋ, ਕੇਪੀ ਵੀ ਆਪਣਾ ਕਲਚਰ, ਆਪਣੀ ਜ਼ੁਬਾਨ, ਆਪਣੀ ਰਹਿਤਲ ਉਹਦੇ ਨਾਲ ਜੰਮ ਕੇ ਖੜੇ ਨੇ। ਅਸੀਂ ਸਮਝਦੇ ਆ ਕਿ ਅਸੀਂ ਬਿਲਕੁਲ ਇਹਨੂੰ ਕੋਈ ਤਨਕੀਦ ਦਾ ਨਿਸ਼ਾਨਾ ਨਹੀਂ ਬਣਾਉਂਦੇ। ਅਸੀਂ ਪੰਜਾਬ ਦੇ ਲੋਕ, ਖਾਸ ਤੌਰ ਤੇ ਪੰਜਾਬ ਦੇ ਐਕਟਿਵਿਸਟ ਹੁਣ ਬਹੁਤ ਮੈਚੁਰ ਨੇ ਔਰ ਮੁੱਦਤ ਹੋ ਗਈ ਹੈ। ਇਹ ਸੋਸ਼ਲ ਮੀਡੀਆ, ਮੁਸਤਫਾ ਸਾਹਿਬ ਨੂੰ ਪਤਾ ਹੈ ਕਿ ਹੁਣ ਤੇ ਦਾਈਆਂ ਗੁਜ਼ਰ ਗਈਆਂ ਨੇ ਇਹ ਗੱਲ ਕਰਦਿਆਂ, ਔਰ ਸਾਡਾ ਕੋਈ ਕਿਸੇ ਪਾਰਟੀ ਦੇ ਨਾਲ ਨਾ ਇਖਤਲਾਫ ਹੈ, ਨਾ ਕਿਸੇ ਦੇ ਅਸੀਂ ਹਮਾਇਤੀ ਆ। ਅਸੀਂ ਤੇ ਕਹਿੰਦੇ ਆ ਕਿ ਬਿਸਮਿਲ੍ਲਾ, ਜਿਹੜਾ ਪੰਜਾਬ ਵਾਸਤੇ ਕਰੇ, ਇਹਦੀ ਜ਼ਬਾਨ ਨੂੰ ਮਾਣ ਦਿਓ, ਇਹਦੇ ਰਹਿਤਲ ਨੂੰ ਮਾਣ ਦਿਓ, ਇਹਦੇ ਕਲਚਰ ਨੂੰ ਮਾਣ ਦਿਓ, ਇਹਦੇ ਹੀਰੋਜ਼ ਜਿਹੜੇ ਨੇ ਉਹਨਾਂ ਨੂੰ ਨਸਾਬ 'ਚ ਸ਼ਾਮਲ ਕਰੋ, ਇਸ ਧਰਤੀ ਨੂੰ ਅਪਣਾਓ। ਇਹ 5 ਦਰਿਆਵਾਂ ਦੀ ਧਰਤੀ ਤੇ ਪਾਕਿਸਤਾਨ 7 ਦਰਿਆਵਾਂ ਦੀ ਧਰਤੀ,
ਇਸ ਧਰਤੀ ਜਿਹੜੀ ਏ ਇਹਦਾ ਮਾਣ ਵਧਾਓ। ਬਾਕੀ ਗੱਲਾਂ ਜਿਹੜੀਆਂ ਨੇ ਉਹ ਬਾਅਦ ਚ ਨੇ।